ਜੁਗੋ ਜੁਗ ਅਟਲ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਪੂਣੀ ਸਾਹਿਬ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਮਹਾਨ ਯੁਗ ਪੁਰਸ਼ ਮਹਾਨ ਆਤਮਾ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ ਤਿਨਾਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ 'ਤੇ ਮਹਾਂਪੁਰਸ਼ਾਂ ਦੀ ਯਾਦ ਮਨਾਉਣ ਵਾਸਤੇ ਦੂਰ ਨੇੜੇ ਤੋਂ ਚੱਲ ਕੇ ਇਕੱਤਰ ਹੋਈ ਸਾਧ ਸੰਗਤ ਕੁਝ ਦਿਨਾਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸਹਿਜ ਪਾਠ ਪ੍ਰਾਰੰਭ ਕੀਤੇ ਸਨ। ਉਪਰੰਤ ਭੋਗ ਪਾਏ ਗਏ ਹਨ। ਭੋਗ ਤੋਂ ਉਪਰੰਤ ਹੁਕਮਨਾਮੇ ਆਪ ਸਮੂਹ ਸੰਗਤ ਨੇ ਸਰਵਣ ਕੀਤੇ ਹਨ। ਜਿਨ੍ਹਾਂ ਮਹਾਂਪੁਰਸ਼ਾਂ ਦੀ ਯਾਦ ਮਨਾਉਣ ਵਾਸਤੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸੰਗਤ ਨੇ ਹਾਜ਼ਰੀ ਭਰੀ ਹੈ। ਉਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਥੋੜ੍ਹੇ ਸਮੇਂ ਵਾਸਤੇ ਜੋ ਗੁਰਬਾਣੀ ਨੇ ਮਹਿਮਾ ਮਹਾਂਪੁਰਸ਼ਾਂ ਦੀ ਗਾਈ ਹੈ, ਜੋ ਸਿਫਤ ਜੋ ਮਹਿਮਾ ਗੁਰਬਾਣੀ ਨੇ ਮਹਾਂਪੁਰਸ਼ਾਂ ਦੀ ਕੀਤੀ ਹੈ, ਉਸ ਦੇ ਮੁਤਾਬਕ ਥੋੜ੍ਹੇ ਸਮੇਂ ਵਾਸਤੇ ਗੁਰੂ ਦੀ ਬਾਣੀ ਦੀ ਵਿਚਾਰ ਕਰਨੀ ਹੈ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਕਲਯੁਗ ਦੇ ਅਵਤਾਰ, ਜਿਨ੍ਹਾਂ ਨੂੰ ਨਿਰੰਕਾਰ ਜੀ ਵੱਲੋਂ ਵਡਿਆਈ ਬਖਸ਼ੀ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਮਨੁੱਖ ਸਰੀਰ ਦੇ ਅੰਦਰ ਨਿਰੰਕਾਰ ਜੀ ਨੇ ਗੁਰੂ ਨਾਨਕ ਸਾਹਿਬ ਦਾ ਸਰੂਪ ਧਾਰਨ ਕੀਤਾ। ਵੈਸੇ ਦੂਜੇ ਸਰੀਰਾਂ ਵਿੱਚ ਵੀ ਨਿਰੰਕਾਰ ਜੀ ਨੇ ਆਪਣਾ ਸਰੀਰ ਧਾਰਨ ਕੀਤਾ ਹੈ, ਪਰ ਉਹਨਾਂ ਦੀ ਪੂਜਾ ਸੰਸਾਰ ਵਿੱਚ ਨਹੀਂ ਹੋਈ। ਨਰਸਿੰਘ ਅਵਤਾਰ ਹੋਇਆ ਹੈ, ਜਿਹੜਾ 84 ਲੱਖ ਜੂਨ ਤੋਂ ਬਾਹਰੀ ਇੱਕ ਜੂਨ ਨਿਰੰਕਾਰ ਜੀ ਨੇ ਪੈਦਾ ਕੀਤੀ ਹੈ, ਉਹਨਾਂ ਦੀ ਪੂਜਾ ਨਹੀਂ ਹੋਈ। ਮੱਛ ਅਵਤਾਰ, ਕੱਛ ਅਵਤਾਰ, ਵਰਾਹ ਅਵਤਾਰ, ਵੱਖਰਿਆਂ ਵੱਖਰਿਆਂ 84 ਲੱਖ ਜੂਨਾਂ ਦੇ ਵਿੱਚੋਂ ਸਰੀਰ ਧਾਰਨ ਕਰਕੇ ਜਿਸ ਤਰ੍ਹਾਂ ਸਮੇਂ ਮੁਤਾਬਕ ਨਿਰੰਕਾਰ ਜੀ ਨੂੰ ਚੰਗਾ ਲੱਗਿਆ ਉਹ ਸਰੀਰ ਧਾਰਨ ਕੀਤੇ। 6 ਤਰ੍ਹਾਂ ਦੇ ਅਵਤਾਰ ਹੁੰਦੇ ਨੇ। ਇੱਕ ਨਿਮਿਤ ਅਵਤਾਰ ਆਉਂਦੇ ਨੇ, ਇੱਕ ਨਿਤ ਅਵਤਾਰ ਆਉਂਦੇ ਨੇ, ਅੰਸਾ ਅਵਤਾਰ, ਉਪਦੇਸ਼ਾ ਅਵਤਾਰ, ਤਮ ਅਵਤਾਰ, ਪੂਰਨ ਤਮ ਅਵਤਾਰ। ਜਿਹੜੇ ਨਿਮਿਤ ਆਉਂਦੇ ਨੇ ਕਿਸੇ ਕਾਰਜ ਕਰਕੇ, ਇੱਕੋ ਹੀ ਕਾਰਜ ਕਰਨ ਵਾਸਤੇ ਆਉਂਦੇ ਨੇ, ਉਹ ਕਾਰਜ ਕਰਕੇ ਆਪਣਾ ਚਲੇ ਜਾਂਦੇ ਹਨ, ਉਹਨਾਂ ਨੂੰ ਕਹਿੰਦੇ ਹਨ ਨਿਮਿਤ ਅਵਤਾਰ। ਹਰਨਾਕਸ਼ ਨੂੰ ਮਾਰਨ ਵਾਸਤੇ ਜੋ ਸਰੀਰ ਧਾਰਨ ਕੀਤਾ, ਇੱਕੋ ਹੀ ਕੰਮ ਕਰਨ ਵਾਸਤੇ ਨਿਰੰਕਾਰ ਜੀ ਆਏ ਸੀ, ਕਰਕੇ ਚਲੇ ਗਏ। ਇਸੇ ਤਰ੍ਹਾਂ ਹੋਰ ਵੀ ਸਰੀਰ ਧਾਰਨ ਕੀਤੇ ਨੇ, ਬੜਾ ਲੰਬਾ ਇਤਿਹਾਸ ਹੈ। ਜਿਹੜੇ ਨਿਤ ਅਵਤਾਰ ਆਉਂਦੇ ਨੇ 6ਵਾਂ ਅਵਤਾਰਾਂ ਵਿੱਚ, ਉਹਨਾਂ ਨੂੰ ਸਾਧੂ ਮਹਾਤਮਾ ਕਹਿ ਲਓ, ਭਗਤ ਕਹਿ ਲਓ, ਬ੍ਰਹਮ ਗਿਆਨੀ ਕਹਿ ਲਓ, ਇਹ ਸਦਾ ਆਉਂਦੇ ਰਹਿੰਦੇ ਹਨ। ਜਿਸ ਤਰ੍ਹਾਂ ਫੁਲਵਾੜੀ ਦੇਖਣ ਵਾਸਤੇ, ਉਸ ਫੁਲਵਾੜੀ ਦੀ ਰੱਖਿਆ ਕਰਨ ਵਾਸਤੇ, ਫੁਲਵਾੜੀ ਨੂੰ ਹਰਿਆਂ ਭਰਿਆਂ ਰੱਖਣ ਵਾਸਤੇ ਮਾਲੀ ਦੀ ਜ਼ਰੂਰਤ ਹੈ। ਉਹ ਮਾਲੀ ਕਿਸੇ ਬੂਟੇ ਨੂੰ ਸੁੱਕਦੇ ਨੂੰ ਪਾਣੀ ਦਿੰਦਾ ਹੈ, ਔਰ ਜਿਸ ਨੂੰ ਬਿਮਾਰੀ ਹੁੰਦੀ ਹੈ ਉਹਨੂੰ ਦਵਾਈ ਦਿੰਦਾ ਹੈ, ਸਮੇਂ ਮੁਤਾਬਕ ਉਸ ਦੀ ਰੱਖਿਆ ਕਰਦਾ ਹੈ, ਦੇਖਭਾਲ ਕਰਦਾ ਹੈ। ਉਹਨਾਂ ਨੂੰ ਕਹਿੰਦੇ ਹਨ ਸੰਤ ਮਹਾਤਮਾ, ਸਾਧੂ ਮਹਾਤਮਾ। ਦੁਖੀ ਜੀਵਾਂ ਦੀਆਂ ਪੁਕਾਰਾਂ, ਜਿਨ੍ਹਾਂ ਨੂੰ ਡਾਕਟਰ ਜਵਾਬ ਦੇ ਦਿੰਦੇ ਆ, ਬਿਮਾਰੀ ਦਾ ਇਲਾਜ ਨਹੀਂ ਹੁੰਦਾ, ਉਹਨੂੰ ਸਾਧੂ ਮਹਾਤਮਾ ਦਿੰਦੇ ਆ। ਜਿਨ੍ਹਾਂ ਨੂੰ ਕੋਈ ਚੀਜ਼ ਸੰਸਾਰ ਵਿੱਚੋਂ ਸਰਕਾਰਾਂ ਤੋਂ ਨਹੀਂ ਮਿਲ ਸਕਦੀ, ਕਿਸੇ ਅਮੀਰ ਆਦਮੀਆਂ ਤੋਂ ਪ੍ਰਾਪਤ ਨਹੀਂ ਹੋ ਸਕਦੀ, ਉਹ ਵਸਤੂ ਸਾਧੂ ਮਹਾਤਮਾ ਦੇ ਦਿੰਦੇ ਆ। ਮਿਸਾਲ ਦੇ ਤੌਰ 'ਤੇ ਕਿਸੇ ਮਨੁੱਖ ਦੇ ਔਲਾਦ ਨਾ ਹੋਵੇ, ਸਾਧੂ ਮਹਾਤਮਾ ਔਲਾਦ ਉਸ ਨੂੰ ਦੇ ਦਿੰਦੇ ਆ, ਪਰ
ਡਾਕਟਰ ਹਕੀਮ, ਜਿੱਥੇ ਡਾਕਟਰਾਂ ਹਕੀਮਾਂ ਦੀ ਬਾਹ ਪੇਸ਼ ਨਾ ਜਾਵੇ, ਉੱਥੋਂ ਸਾਧੂ ਮਹਾਤਮਾ ਦੇ ਕੋਲੋਂ ਉਹ ਵਸਤੂ ਪ੍ਰਾਪਤ ਹੋ ਜਾਂਦੀ ਹੈ। ਜਦੋਂ ਸੰਸਾਰ ਦੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਸ੍ਰਿਸ਼ਟੀ ਦੀ ਰਚਨਾ ਕਰਦਿਆਂ ਸਾਰੇ ਜੀਵ ਪੈਦਾ ਕਰਕੇ ਜੀਵਾਂ ਦੇ ਕਰਮ ਲਿਖ ਦਿੱਤੇ ਔਰ ਜੀਵਾਂ ਨੂੰ ਸਰੀਰ ਦੇ ਕੇ ਸੰਸਾਰ ਵਿੱਚ ਭੇਜ ਦਿੱਤਾ। ਕਰਮ ਲਿਖਦਿਆਂ ਲਿਖਦਿਆਂ ਸਿਆਹੀ ਵੱਧ ਗਈ ਔਰ ਫਿਰ ਵਿਚਾਰ ਕੀਤੀ ਮਹਾਤਮਾ ਲੋਕਾਂ ਨੇ। ਇਹ ਵਿਚਾਰ ਹੋਈ ਕਿ ਸਿਆਹੀ ਇਹ ਕਿੱਥੇ ਰੱਖੀ ਜਾਵੇ, ਔਰ ਫਿਰ ਇੱਕ ਮਸਲਾ ਉਸ ਵਿੱਚ ਉੱਠਿਆ, ਜੇ ਕਿਸੇ ਮਨੁੱਖ ਦੇ ਕੋਲ ਕੋਈ ਵਸਤੂ ਨਾ ਹੋਵੇ ਉਹ ਕਿੱਥੇ ਜਾਵੇ, ਉਸ ਨੂੰ ਵਸਤੂ ਦੀ ਜ਼ਰੂਰਤ ਹੋਵੇ ਕਿੱਥੋਂ ਲਿਆਵੇ। ਇਹ ਵਿਚਾਰ ਕੀਤੀ ਗਈ, ਇਹ ਸਿਆਹੀ ਸਾਧੂ ਮਹਾਤਮਾ ਦੀਆਂ ਰਸਨਾਂ 'ਤੇ ਪਾ ਦਿਓ। ਜਿਹੜੇ ਨਾਮ ਜਪਣ ਵਾਲੇ ਗੁਰਮੁਖ ਹਨ, ਇਹ ਸਿਆਹੀ ਉਹਨਾਂ ਦੀ ਰਸਨਾਂ 'ਤੇ ਪਾ ਦਿਓ। ਜਿਸ ਨੂੰ ਕੋਈ ਚੀਜ਼ ਚਾਹੀਦੀ ਹੋਵੇ, ਉਹ ਵਸਤੂ ਸਾਧੂ ਮਹਾਤਮਾ ਦੀ ਸੇਵਾ ਕਰਕੇ ਉਹ ਸਾਧੂ ਮਹਾਤਮਾ ਉਸੇ ਸਿਆਹੀ ਨਾਲ ਉਹਦੇ ਕਰਮ ਵਿੱਚ ਲਿਖ ਦੇਣਗੇ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਚਾਰ ਪਦਾਰਥ ਕਿਸੇ ਦੇ ਕਰਮਾਂ ਵਿੱਚ ਨਾ ਹੋਣ, ਗੁਰੂ ਅਰਜਨ ਦੇਵ ਮਹਾਰਾਜ ਨੇ ਤਰੀਕਾ ਦੱਸਿਆ ਹੈ। ਭਾਈ ਇਸ ਜਗ੍ਹਾ 'ਤੇ ਚਲੇ ਜਾਓ। ਜਿਸ ਤਰ੍ਹਾਂ ਸੋਨਾ ਲੈਣਾ ਹੈ, ਉਹਨੂੰ ਸਿਆਣੇ ਬੰਦੇ ਕਹਿ ਦਿੰਦੇ ਭਾਈ ਸੁਨਿਆਰੇ ਦੀ ਦੁਕਾਨ ਫਲਾਨੀ ਜਗ੍ਹਾ 'ਤੇ ਹੈ। ਜਾਂ ਕਿਸੇ ਨੇ ਕੋਈ ਦਾਲ ਸਬਜ਼ੀ ਕਰਿਆਨਾ ਲਿਆਉਣਾ ਹੈ, ਆਮ ਲੋਕ ਦੱਸ ਦਿੰਦੇ ਭਾਈ ਫਲਾਨੀ ਜਗ੍ਹਾ 'ਤੇ ਤੈਨੂੰ ਇਹ ਚੀਜ਼ ਮਿਲਣੀ ਹੈ। ਜੇ ਕਿਸੇ ਨੂੰ ਚਾਰ ਪਦਾਰਥਾਂ ਵਿੱਚ ਧਰਮ ਵੀ ਆਉਂਦਾ ਹੈ, ਧਰਮ ਦੇ ਨਾਲ ਧਾਰਮਿਕ ਹੋਣਾ ਬਹੁਤ ਵੱਡੀ ਗੱਲ ਹੈ। ਮਨੁੱਖ ਰਾਜਾ ਬਣ ਜਾਣਾ ਵੱਖਰੀ ਗੱਲ ਹੈ, ਧਾਰਮਿਕ ਪੱਖ ਹੋਣਾ ਬਹੁਤ ਦੂਰ ਦੀ ਗੱਲ ਹੈ। ਰਾਜਾ ਹੋ ਜਾਂਦਾ ਵੱਖਰੀ ਗੱਲ ਹੈ, ਪਰ ਧਾਰਮਿਕ ਹੋਣਾ ਜ਼ਰੂਰੀ ਨਹੀਂ ਸਾਰੇ ਰਾਜੇ ਧਾਰਮਿਕ ਹੋ ਜਾਣ। ਧਰਮ, ਅਰਥ ਤੇ ਕਾਮ ਤੇ ਮੋਕਸ਼, ਇਹ ਚਾਰ ਚੀਜ਼ਾਂ ਸਾਰੇ ਮਨੁੱਖਾਂ ਨੂੰ ਪ੍ਰਾਪਤ ਨਹੀਂ ਹੁੰਦੀਆਂ। ਧਰਮ ਹੈ ਧਰਮ ਦੀ ਪੌੜੀ 'ਤੇ ਤੁਰ ਪੈਣਾ, ਤਰੱਕੀ ਕਰਨੀ। ਧਰਮ ਦੀ ਪੌੜੀ 'ਤੇ ਆਪ ਤੁਰਨਾ, ਲੋਕਾਂ ਨੂੰ ਪ੍ਰੇਰਿਤ ਕਰਨਾ। ਅਰਥ ਕਹਿੰਦੇ ਨੇ ਧਨ। ਕਈ ਮਨੁੱਖਾਂ ਕੋਲ ਧਰਮ ਤਾਂ ਹੁੰਦਾ ਹੈ, ਉਹਨਾਂ ਕੋਲ ਧਨ ਨਹੀਂ ਹੁੰਦਾ। ਜਿਨ੍ਹਾਂ ਕੋਲ ਧਰਮ ਦੀ ਪੌੜੀ ਹੈ, ਉਹਨਾਂ ਦੇ ਧਨ ਅੱਗੇ ਪਿੱਛੇ ਤੁਰਿਆ ਫਿਰਦਾ ਹੈ। ਅਰਥ ਕਹਿੰਦੇ ਨੇ ਧਨ ਨੂੰ। ਉਹ ਤੇ ਅੱਗੇ ਹੈ ਕਾਮ। ਕਾਮ ਹੁੰਦਾ ਹੈ ਕਈ ਵਾਰੀ ਮਨੁੱਖ ਦੀਆਂ ਭਾਵਨਾ, ਮਨੁੱਖ ਦੀਆਂ ਕਾਮਨਾ ਅਧੂਰੀਆਂ ਰਹਿ ਜਾਂਦੀਆਂ। ਸੰਸਾਰ ਦੇ ਵਿੱਚ ਵਿਚਰਦਿਆਂ ਸਾਰਾ ਜੀਵਨ ਬਤੀਤ ਹੋ ਜਾਂਦਾ ਹੈ। ਕਈਆਂ ਦਾ ਵਡੇਪਾ ਵੀ ਲੰਘ ਜਾਂਦਾ, ਸੁੱਖ ਨਹੀਂ ਪ੍ਰਾਪਤ ਹੁੰਦੇ। ਕਈਆਂ ਦਾ ਵਡੇਪਾ ਬਤੀਤ ਹੋ ਜਾਂਦਾ, ਔਲਾਦ ਦੀ ਪ੍ਰਾਪਤੀ ਨਹੀਂ ਹੁੰਦੀ। ਕਈਆਂ ਦਾ ਵਡੇਪਾ ਲੰਘ ਜਾਂਦਾ, ਔਲਾਦ ਦਾ ਸੁੱਖ ਨਹੀਂ ਮਿਲਦਾ। ਇਹਨੂੰ ਕਹਿੰਦੇ ਨੇ ਕਾਮਨਾ। ਕੋਈ ਕਾਮਨਾ, ਕਈ ਸਾਰੀਆਂ ਕਾਮਨਾ ਅਮੀਰ ਆਦਮੀਆਂ ਦੀਆਂ ਪੂਰਨ ਨਹੀਂ ਹੁੰਦੀਆਂ। ਸਾਰੀਆਂ ਕਾਮਨਾ ਰਾਜਿਆਂ ਦੀਆਂ ਪੂਰੀਆਂ ਨਹੀਂ ਹੁੰਦੀਆਂ। ਉਸ ਨੂੰ ਕਹਿੰਦੇ ਨੇ ਕਾਮਨਾ। ਕਾਮ ਅਤੇ ਮੋਕਸ਼। ਮੋਕਸ਼ ਹੁੰਦਾ ਸਾਰੇ ਸੁੱਖ ਸੰਸਾਰ ਦੇ ਭੋਗਦਿਆਂ ਵਿੱਚੋਂ। ਜਿਸ ਤਰ੍ਹਾਂ ਮਰਗਾਬੀ ਦੇ ਖੰਭ ਪਾਣੀ ਦੇ ਵਿੱਚ ਨਹੀਂ ਭਿੱਜਦੇ, ਇਸ ਤਰ੍ਹਾਂ ਮਨੁੱਖ ਸੰਸਾਰ ਦੇ ਵਿੱਚੋਂ ਨਿਕਲ ਜਾਵੇ। ਇਸ ਤਰ੍ਹਾਂ ਮਰਗਾਬੀ ਦਾ ਖੰਭ ਪਾਣੀ ਵਿੱਚ ਡੁਬਕੀ ਮਾਰਦੀ ਹੈ, ਖੰਭਾਂ ਨੂੰ ਪਾਣੀ ਸਪਰਸ਼ ਨਹੀਂ ਕਰਦਾ। ਉਸ ਨੂੰ ਕਹਿੰਦੇ ਆ ਮੁਕਤੀ। ਇਹ ਚਾਰੇ ਚੀਜ਼ਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿਸੇ ਨੇ ਪ੍ਰਾਪਤ ਕਰਨੀਆਂ ਹੋਣ, ਸਾਧੂ ਮਹਾਤਮਾ ਦੀ ਸ਼ਰਨ ਵਿੱਚ ਚਲਿਆ ਜਾਵੇ। ਸਾਧ ਜਨਾਂ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਹਉਮੈ ਛੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾਂ ਕੀ ਸਰਨੀ ਪਰੈ। ਜਿਹਨੂੰ ਜਨਮ ਮਰਨ ਤੋਂ ਡਰ ਲੱਗਦਾ ਹੋਵੇ, ਸਾਧੂ ਜਨਾਂ ਦੀ ਸ਼ਰਨ ਪੈ ਜਾਵੇ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਾਸਾ। ਇੱਕ ਬਹੁਤ ਵੱਡੀ ਗੱਲ ਹੈ ਸਾਰੇ ਸੰਸਾਰ ਵਿੱਚ। ਜਿਸ ਮਨੁੱਖ ਦੀ ਭਾਵਨਾ ਬਣ ਜਾਣੀ, ਪਰਮੇਸ਼ਰ ਦੇ ਦਰਸ਼ਨਾਂ ਦੀ ਇੱਛਾ ਬਣ ਜਾਣੀ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਬੋ ਅੰਦਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਦਰਸ਼ਨਾਂ ਦੀ ਇੱਛਾ ਬਣ ਜਾਣੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੀ ਸਾਰੀਆਂ ਚੀਜ਼ਾਂ ਇਸ ਜਗ੍ਹਾ ਤੋਂ ਮਿਲ ਜੂਗੀਆਂ, ਪਰ ਜਿਹਦੀ ਦਰਸ਼ਨਾਂ ਦੀ ਇੱਛਾ ਬਣੀ ਆ, ਕਹਿੰਦੇ ਭਾਈ ਉਹਦੇ ਬਲਿਹਾਰ ਜਾਂਦੇ ਹਾਂ ਅਸੀਂ। ਭਾਵੇਂ ਦਰਸ਼ਨ ਤਾਂ ਨਹੀਂ ਹੋਏ, ਪਰ ਤੇਰੀ ਭਾਵਨਾ ਤਾਂ ਚੰਗੀ ਬਣ ਗਈ, ਪਰ ਤੇਰੀ ਇੱਛਾ ਤਾਂ ਚੰਗੀ ਬਣੀ ਆ।
ਕਿਸੇ ਦੀ ਕੋਈ ਇੱਛਾ, ਕਿਸੇ ਦੀ ਕੋਈ ਇੱਛਾ ਹੈ। ਦਰਸ਼ਨਾਂ ਦੀ ਇੱਛਾ ਬਣਨੀ ਬਹੁਤ ਵੱਡੀ ਗੱਲ ਹੈ। ਸੰਤ ਜਿਨ੍ਹਾਂ ਦੀ ਯਾਦ ਮਨਾਉਣ ਵਾਸਤੇ ਬੈਠੇ ਹੋ, ਜੋ 74 ਰੂਪ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਰਸਨਾ ਤੋਂ, ਪਵਿੱਤਰ ਰਸਨਾ ਤੋਂ ਦੱਸ ਗਏ ਸਨ ਅਜਿੱਤੇ ਰੰਧਾਵੇ ਦੀ ਗੋਸ਼ਟ ਵਿੱਚ। ਉਹਨਾਂ 74 ਵਿੱਚੋਂ ਇੱਕ ਰੂਪ ਗੁਰੂ ਨਾਨਕ ਸਾਹਿਬ ਦਾ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਂ ਵਾਲੀਏ ਹੋਏ ਆ। ਜਿਨ੍ਹਾਂ ਨੂੰ ਦਰਸ਼ਨ ਦਿੱਤੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰੂਪ ਵਿੱਚ, ਗੁਰੂ ਨਾਨਕ ਸਾਹਿਬ ਦੇ ਸਰੂਪ ਵਿੱਚ, ਉਹ ਸਾਰੀਆਂ ਜ਼ਿੰਦਗੀਆਂ ਸਵਾਸਾਂ ਤੱਕ ਉਹਨਾਂ ਦੇ ਚਰਨਾਂ ਵਿੱਚ ਸੇਵਾ ਵਾਸਤੇ ਲਾ ਗਏ। ਜਿਨ੍ਹਾਂ ਦੀ ਯਾਦ ਮਨਾਉਣ ਵਾਸਤੇ ਬੈਠੇ ਹੋ, ਉਹਨਾਂ ਦੇ ਸਥਾਨ ਪਵਿੱਤਰ ਸਥਾਨ 'ਤੇ ਸੇਵਾਦਾਰ ਸਨ ਸ੍ਰੀਮਾਨ ਸੰਤ ਬਾਬਾ ਜੱਗਾ ਸਿੰਘ ਜੀ। ਲੰਬਾ ਸਮਾਂ ਸੇਵਾ ਕੀਤੀ ਹੈ, ਸਵਾਸਾਂ ਤੱਕ ਆਪਣੇ ਜੀਵਨ ਲਾ ਗਏ। ਇੱਕ ਵਾਰ ਮਨ ਦੇ ਅੰਦਰ ਫੁਰਨਾ ਬਣ ਗਿਆ ਕਿ ਮੈਂ ਹਜ਼ੂਰ ਸਾਹਿਬ ਦਰਸ਼ਨ ਕਰਨ ਜਾ ਆਵਾਂ। ਮਨ ਦਾ ਫੁਰਨਾ ਬਣਾ ਕੇ ਸੰਤ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰਨ ਆਏ, ਮਹਾਰਾਜ ਆਗਿਆ ਬਖਸ਼ੋ ਜੀ, ਮੈਂ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਜਾਣਾ। ਪਲੰਘੇ 'ਤੇ ਬੈਠੇ ਸਨ, ਬੜੀ ਸ਼ਾਂਤੀ ਨਾਲ, ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਸ਼ਾਂਤ ਰਸ ਨਿਕਲਦਾ ਸੀ। ਇੱਦਾਂ ਦੇ ਬਚਨ ਮਨੁੱਖ ਸੁਣ ਕੇ ਹੀ ਸ਼ਾਂਤ ਹੋ ਜਾਂਦਾ ਸੀ। ਹਜ਼ਾਰਾਂ ਫੁਰਨੇ ਲੈ ਜਾਈਏ, ਜਾ ਕੇ ਸਾਰੇ ਫੁਰਨੇ ਖਤਮ ਹੋ ਜਾਂਦੇ ਸਨ। ਮਨੁੱਖ ਨੂੰ ਚੇਤਾ ਹੀ ਭੁੱਲ ਜਾਂਦਾ ਸੀ ਮੈਂ ਕੀ ਪੁੱਛਣ ਆਇਆ ਸੀ। ਉੱਥੇ ਦਰਸ਼ਨਾਂ ਦੀ ਐਸੀ ਖਿੱਚ ਸੀ ਉਹਨਾਂ ਦੀ। ਬਾਬਾ ਜੱਗਾ ਸਿੰਘ ਜੀ ਨੇ ਝੋਲੇ ਵਿੱਚ ਵਸਤਰ ਪਾ ਕੇ ਆ ਕੇ ਮੱਥਾ ਟੇਕਿਆ, ਮਹਾਰਾਜ ਆਗਿਆ ਬਖਸ਼ੋ ਜੀ। ਕਹਿਣ ਲੱਗੇ ਕਾਕਾ ਕਿੱਥੇ ਨੂੰ ਚੱਲਿਆ? ਕਹਿੰਦੇ ਮਹਾਰਾਜ ਹਜ਼ੂਰ ਸਾਹਿਬ ਨੂੰ ਜਾਣਾ। ਕਹਿੰਦੇ ਕੀ ਕਰਨ ਜਾਣਾ ਤੂੰ ਉੱਥੇ? ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਜਾਣਾ। ਬੈਠੇ ਬੈਠੇ ਕਹਿਣ ਲੱਗੇ ਅੱਖਾਂ ਮੀਟ, ਅੱਖਾਂ ਖੋਲ੍ਹ ਦੇ। ਜੇ ਅੱਖਾਂ ਖੋਲ੍ਹੀਆਂ, ਸਾਹਮਣੇ ਪਲੰਘੇ 'ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੂਪ ਬਣ ਕੇ ਬੈਠੇ ਆ। ਬਾਬਾ ਜੱਗਾ ਸਿੰਘ ਉੱਠ ਕੇ ਚਰਨਾਂ 'ਤੇ ਡਿੱਗ ਪਏ। ਕਹਿਣ ਲੱਗੇ ਪੁੱਤ ਜਾ ਇੱਟਾਂ ਦੇਖੀਆਂ, ਸ਼ਹਿਰ ਦੇਖਿਆ। ਕਹਿੰਦੇ ਇੱਟਾਂ ਤੀਰਥਾਂ 'ਤੇ ਵੀ ਇੱਦਾਂ ਦੀਆਂ ਹੀ ਆ। ਕਹਿੰਦੇ ਨਾਮ ਦੀ ਮਹਾਨਤਾ ਹੈ, ਨਾਮ ਦੀ ਮਹਿਮਾ ਹੈ। ਜਿੱਥੇ ਕਿਸੇ ਮਹਾਂਪੁਰਸ਼ ਨੇ ਨਾਮ ਜਪਿਆ ਹੈ, ਜਿੱਥੇ ਕਿਤੇ ਬੰਦਗੀਵਾਨ ਪੁਰਸ਼ਾਂ ਨੇ ਬੈਠ ਕੇ ਬੰਦਗੀ ਕੀਤੀ ਹੈ, ਉਹ ਧਰਤੀ ਪਵਿੱਤਰ ਹੋ ਜਾਂਦੀ ਹੈ। ਜਾਓ ਕਹਿੰਦੇ ਪੁੱਤ, ਤੀਰਥਾਂ ਦੀ ਮਹਾਨਤਾ ਵੀ ਸਾਧੂ ਨਾਲ ਹੀ ਹੈ। ਜਿਤਨੇ ਮੰਦਰ ਦੇਵੀ ਥਾਪੇ, ਤਿਤਨੇ ਲੋਚੇ ਧੂੜ ਸਾਧੂ ਕੀ ਤਾਈ। ਜਿਤਨੀ ਸ੍ਰਿਸ਼ਟ ਤੁਮਰੀ ਮੇਰੇ ਸੁਆਮੀ, ਤਿਤਨੀ ਲੋਚੇ ਧੂੜ ਸਾਧੂ ਕੀ ਤਾਈ। ਜਿੰਨੇ ਦੁਨੀਆ 'ਚ ਸਥਾਨ ਹੈ, ਸਾਰੇ ਸਾਧੂਆਂ ਦੀ ਧੂੜੀ ਨਾਲ ਹੀ ਬਣੇ ਆ। ਜਿੱਥੇ ਜਿਸੇ ਸਾਧੂ ਨੇ ਚਰਨ ਰੱਖਿਆ, ਤੀਰਥ ਬਣ ਗਿਆ। 68 ਤੀਰਥ ਜਾਂ ਸਾਧ ਪਗ ਧਰੇ। ਇੱਕ ਤੀਰਥ ਤੋਂ 68 ਤੀਰਥਾਂ ਦਾ ਪੁੰਨ ਮਿਲ ਜਾਣਾ ਬਹੁਤ ਵੱਡੀ ਮਹਾਨਤਾ ਵਾਲੀ ਗੱਲ ਹੈ। ਇਹ ਪਾਵਰ ਉਹਨਾਂ ਵਿੱਚ ਸੀ। ਅੱਜ ਵੀ ਜਿੱਥੇ ਜਿੱਥੇ ਚਰਨ ਰੱਖੇ ਆ, ਉੱਥੇ ਉੱਥੇ ਸਥਾਨ ਬਣੇ ਹੋਏ ਆ। ਉਹਨਾਂ ਦੇ ਸੇਵਕ ਸਨ ਠਾਕਰ ਜੀ, ਪਿੰਡ ਢੰਡੋਵਾਲ, ਸੁਲਤਾਨਪੁਰ ਦੇ ਕੋਲ ਪਿੰਡ ਹੈ। ਉੱਥੇ ਉਹਨਾਂ ਦੀ ਵਰਸੀ ਮਨਾਉਂਦੇ ਹੁੰਦੇ ਆ ਠਾਕੁਰ ਜੀ ਦੀ। ਉਹਨਾਂ ਦੇ ਪਰਿਵਾਰ ਦੇ ਕੁਛ ਇੱਕ ਦਿਨ ਸੰਬੰਧੀ ਉਹਨਾਂ ਦੇ ਆਏ ਸਨ ਪਰਿਵਾਰਕ। ਉਹਨਾਂ ਨੇ ਬਚਨ ਸੁਣਾਇਆ ਸੀ। ਕਹਿੰਦੇ ਠਾਕੁਰ ਜੀ ਨੇ ਮਨ ਦੇ ਵਿੱਚ ਫੁਰਨਾ ਬਣਾ ਲਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਜਿੰਨਾ ਚਿਰ ਦਰਸ਼ਨ ਨਹੀਂ ਹੋਣੇ, ਮੈਂ ਪ੍ਰਸ਼ਾਦਾ ਨਹੀਂ ਛਕਣਾ। ਪ੍ਰਸ਼ਾਦਾ ਛੱਡ ਦਿੱਤਾ ਔਰ ਜਲ ਛਕ ਲੈਣਾ, ਪਾਣੀ ਪੀ ਲੈਣਾ। 3 ਮਹੀਨੇ ਘੁੰਮਦੇ ਰਹੇ, ਪ੍ਰਸ਼ਾਦਾ ਨਹੀਂ ਛਕਿਆ। 3 ਮਹੀਨਿਆਂ ਤੋਂ ਬਾਅਦ ਜਦੋਂ ਸੰਤ ਮਹਾਰਾਜ ਜੀ ਹਰਖੋਂ ਵਾਲੀਆਂ ਦਾ ਮਿਲਾਪ ਹੋਇਆ, ਜਦੋਂ ਮਿਲੇ ਬਾਬਾ ਠਾਕੁਰ ਜੀ ਮਿਲਣ ਲੱਗੇ, ਸੰਤ ਮਹਾਰਾਜ ਕਹਿਣ ਲੱਗੇ ਕੀ ਗੱਲ ਪ੍ਰਸ਼ਾਦਾ ਨਹੀਂ ਛਕਦਾ? ਇਹ ਉਹਨਾਂ ਨੇ ਆਪ ਗੱਲ ਸੁਣਾਈ ਹੈ। ਕਹਿੰਦੇ ਖੜਿਆਂ ਕਹਿੰਦੇ ਕੀ ਗੱਲ ਪ੍ਰਸ਼ਾਦਾ ਨਹੀਂ ਛਕਦਾ? ਕਹਿੰਦੇ ਮਹਾਰਾਜ ਮੈਂ ਪ੍ਰਣ ਕੀਤਾ ਹੋਇਆ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਮੈਂ ਪ੍ਰਸ਼ਾਦਾ ਛਕਣਾ ਨਹੀਂ ਆ। ਜਿੰਨਾ ਚਿਰ ਦਰਸ਼ਨ ਨਹੀਂ ਹੁੰਦੇ ਮੈਂ ਪ੍ਰਸ਼ਾਦਾ ਨਹੀਂ ਛਕਣਾ। ਖੜੇ ਨੂੰ ਕਹਿਣ ਲੱਗੇ ਅੱਖਾਂ ਮੀਟ। ਖੜੇ ਕਹਿਣ ਲੱਗੇ ਅੱਖਾਂ ਖੋਲ੍ਹ ਦੇ। ਜਾਂ ਠਾਕੁਰ ਜੀ ਨੇ ਅੱਖਾਂ ਖੋਲ੍ਹੀਆਂ, ਸਾਹਮਣੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੂਪ ਖੜੇ ਆ। ਠਾਕੁਰ ਜੀ ਚਰਨਾਂ 'ਤੇ ਟਹਿ ਪਿਆ। 12 ਸਾਲ ਉਸ ਪਵਿੱਤਰ ਅਸਥਾਨ 'ਤੇ ਲੱਕੜਾਂ ਦੀ ਸੇਵਾ ਕੀਤੀ ਠਾਕੁਰ ਜੀ ਨੇ। ਜਿਨ੍ਹਾਂ ਨੂੰ ਆਪਣਾ ਆਪ ਦਿਖਾਲ ਦਿੱਤਾ। ਜਿਸ ਨੂੰ ਤੂੰ ਜਣਾ ਹੈ ਸੋਈ ਜਨ ਜਾਣੇ। ਜਿਨ੍ਹਾਂ ਨੂੰ ਜਣਾ ਦਿੱਤਾ ਉਹੀ ਜਾਣ ਸਕਦੇ ਆ। ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਵਿੱਚ ਘੁੰਮਦੇ ਰਹੇ।
ਦੁਨੀਆ ਨੂੰ ਪਤਾ ਨਹੀਂ ਲੱਗਿਆ, ਨੇੜੇ ਹਲ ਵਾਹੁੰਦੇ ਰਹੇ ਕਹੀ। ਜਿਨ੍ਹਾਂ ਨੂੰ ਜਣਾ ਦਿੱਤਾ ਮੈਂ ਉਹੀ ਸਰੂਪ ਹਾਂ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ में हो करो निवास। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੇ ਵਰਗੇ ਖਾਲਸੇ ਬਣਾ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤੋਰੇ ਸਨ। ਉਹਨਾਂ ਖਾਲਸਿਆਂ ਵਿੱਚੋਂ ਇੱਕ ਖਾਲਸਾ ਸਰੂਪ ਸੰਤ ਮਹਾਰਾਜ ਜੀ ਹਰਖੋਂ ਵਾਲੀਏ ਹੋਏ ਆ, ਜਿਨ੍ਹਾਂ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ, ਆਤਮ ਰਸ ਜੋ ਜਾਨ ਹੀ ਸੋ ਹੈ ਖਾਲਸ ਦੇਵ, ਤਾਸ ਮੈਂ ਮੋਹ ਮੈਂ ਰੰਚਕ ਨਾਹੀ ਭੇਦ। ਉਹਨਾਂ ਦਾ ਤਾਂ ਮੇਰਾ ਰੰਚਕ ਮਾਤਰ ਵੀ ਭੇਦ ਨਹੀਂ ਹੈ। ਇਹ ਉਹਨਾਂ 74 ਸਰੂਪਾਂ ਵਿੱਚੋਂ ਇੱਕ ਵਾਰੀ ਕਿਸੇ ਪ੍ਰੇਮੀ ਨੇ ਬਚਨ ਕੀਤਾ ਸੀ, ਮਹਾਰਾਜ ਅਜਿੱਤੇ ਰੰਧਾਵੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਨੇ ਗੋਸ਼ਟ ਵਿੱਚ ਬਚਨ ਕੀਤਾ ਕਿ ਅਸੀਂ 74 ਰੂਪ ਭਗਤਾਂ ਦੇ ਰੂਪ ਵਿੱਚ ਆਵਾਂਗੇ। ਜਿਨ੍ਹਾਂ ਜਿਨ੍ਹਾਂ 'ਤੇ ਕਿਰਪਾ ਕਰਾਂਗੇ ਉਹਨਾਂ ਨੂੰ ਪਤਾ ਲੱਗੇਗਾ, ਜਿਨ੍ਹਾਂ ਨੂੰ ਨਹੀਂ ਪਤਾ ਲੱਗੇਗਾ ਨਹੀਂ ਲੱਗਣ ਦੇਵੇਗਾ, ਪਤਾ ਨਹੀਂ ਲੱਗੇਗਾ, ਭੁਲੇਖੇ ਵਿੱਚ ਲੋਕ ਰਹਿ ਜਾਣਗੇ। ਮਹਾਰਾਜ ਕਿਸ ਤਰ੍ਹਾਂ ਪਹਿਚਾਣ ਹੋ ਸਕਦੀ ਹੈ? ਉਸ ਵੇਲੇ ਸੰਤ ਮਹਾਰਾਜ ਜੀ ਹਰਖੋਂ ਵਾਲੀਆਂ ਨੇ ਮੂੰਹ 'ਤੇ ਹੱਥ ਫੇਰ ਕੇ ਥੱਲੇ ਦਾੜੇ ਦੇ ਉੱਪਰ ਦੀ ਹੱਥ ਘੁਮਾ ਕੇ ਲੈ ਕੇ ਆਏ। ਕਹਿਣ ਲੱਗੇ, ਭਾਈ ਭਾਵੇਂ ਸਾਹਮਣੇ ਬੈਠੇ ਰਹਿਣ, ਅੰਨ੍ਹਿਆਂ ਨੂੰ ਕੀ ਪਤਾ ਲੱਗ ਸਕਦਾ ਹੈ। ਜਿਨ੍ਹਾਂ ਨੇ ਦ੍ਰਿਸ਼ਟੀ ਕੀਤੀ ਉਹ ਸਾਰੀ ਜ਼ਿੰਦਗੀ ਸਵਾਸਾਂ ਤੱਕ ਉਹਨਾਂ ਦੇ ਜੀਵ ਉਹਨਾਂ ਦੇ ਚਰਨਾਂ 'ਚ ਸੇਵਾ ਕਰ ਗਏ। ਇਹ ਵੀ ਬਚਨ ਕਰ ਦਿੱਤਾ ਉਹਨਾਂ ਨੂੰ, ਭਾਈ ਜਿੱਥੇ ਮੈਂ ਤੁਹਾਨੂੰ ਖੜੇ ਕੀਤਾ ਉੱਥੇ ਖੜੇ ਰਹੋ, ਪਾਰ ਕਰਨਾ ਮੇਰਾ ਜੁਮਾ ਹੈ। ਤੁਸੀਂ ਭਜਨ ਕੀ ਕਰਨਾ ਕਹਿੰਦੇ, ਜਿਹੜਾ ਤੁਸੀਂ ਸਾਰੀ ਜ਼ਿੰਦਗੀ 'ਚ ਭਜਨ ਨਹੀਂ ਕਰ ਸਕਦੇ, ਅਸੀਂ 1 ਮਿੰਟ ਲਾਉਣਾ ਤੁਹਾਨੂੰ ਉਸ ਪਦਵੀ 'ਤੇ ਪਹੁੰਚਾਵਾਂਗੇ ਜਿੱਥੇ ਕੋਈ ਮਨੁੱਖ ਪਹੁੰਚ ਨਹੀਂ ਸਕਦਾ। ਇਹ ਬਚਨ ਕਰ ਕਰਕੇ ਬਹੁਤ ਸਾਰੇ ਪ੍ਰੇਮੀ ਉਹਨਾਂ ਦੇ ਚਰਨਾਂ ਵਿੱਚੋਂ ਉਹ ਅਵਸਥਾ ਲੈ ਕੇ ਨਿਕਲੇ ਜਿਹੜੀ ਅਵਸਥਾ ਉਹਨਾਂ ਦੇ ਕੋਲ ਸੀ। ਵੱਡੇ ਵੱਡੇ ਮਹਾਂਪੁਰਖ ਬਾਬਾ ਹਰਵੰਸ ਸਿੰਘ ਜੀ ਰਿਖੀ, ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਸੀ ਮੇਰਾ ਹੀ ਸਰੂਪ ਹੋ ਗਿਆ ਸੀ, ਆਪਣੇ ਵਰਗੇ ਕਰਕੇ ਕੱਢੇ। ਉਸ ਵੇਲੇ ਜਦੋਂ ਇੱਕੋ ਹੀ ਅਵਸਥਾ ਬਣ ਗਈ ਤਾਂ ਫਿਰ ਰਿਖੀ ਜੀ ਨੂੰ ਕਹਿ ਦਿੱਤਾ, ਕਹਿੰਦੇ ਰਿਖੀ ਜਾਂ ਤੂੰ ਸਰੀਰ ਛੱਡ ਜਾ ਜਾਂ ਅਸੀਂ ਛੱਡ ਜਾਈਏ। ਇੱਕ ਮਿਆਨ ਵਿੱਚ 2 ਤਲਵਾਰਾਂ ਨਹੀਂ ਰਹਿਣੀਆਂ, ਇੱਕ ਨੂੰ ਸਰੀਰ ਛੱਡਣਾ ਪਵੇਗਾ। ਤਾਂ ਫਿਰ ਰਿਖੀ ਜੀ ਨੇ ਬਚਨ ਕੀਤਾ, ਮਹਾਰਾਜ ਤੁਸੀਂ ਸਾਡੇ ਵਰਗੇ ਹਜ਼ਾਰਾਂ ਹੀ ਤਿਆਰ ਕਰ ਦਿਓਗੇ, ਤੁਹਾਡੇ ਵਰਗਾ ਪਵਿੱਤਰ ਸਰੀਰ ਹੋਰ ਨਹੀਂ ਮਿਲ ਸਕਦਾ, ਸਾਡੇ ਵਰਗੇ ਤੁਸੀਂ ਬਹੁਤ ਤਿਆਰ ਕਰ ਸਕਦੇ ਹੋ। ਮੈਂ ਆਪ ਦਾ ਬਚਨ ਮੰਨ ਕੇ ਸਰੀਰ ਤਾਂ ਛੱਡ ਦਿੰਦਾ, ਪਰ ਮਹਾਰਾਜ ਮੇਰੇ ਨਾਲ ਇੱਕ ਵਾਅਦਾ ਕਰੋ। ਕਹਿਣ ਲੱਗੇ ਕੀ? ਕਹਿੰਦੇ ਜਦੋਂ ਮੈਂ ਸਰੀਰ ਛੱਡਾਂ ਮੇਰਾ ਸੰਸਕਾਰ ਤੁਸੀਂ ਕਰਨਾ ਹੈ। ਕਹਿਣ ਲੱਗੇ ਠੀਕ ਹੈ। ਕੋਈ ਦੁਨੀਆ ਦਾ ਬੰਦਾ ਇਹ ਨਹੀਂ ਬਚਨ ਕਰ ਸਕਦਾ, ਇਹਨੂੰ ਕੀ ਪਤਾ ਕਿਹੜੇ ਵੇਲੇ ਸਰੀਰ ਛੱਡਣਾ। ਉਸ ਬਾਬਾ ਹਰਵੰਸ ਸਿੰਘ ਰਿਖੀ, ਜਿਨ੍ਹਾਂ ਦਾ ਘਰ ਦਾ ਬ੍ਰਾਹਮਣਾਂ ਦੇ ਘਰ ਦਾ ਜਨਮ ਸੀ, ਪੁੰਛ ਇਲਾਕੇ ਵਿੱਚ ਕਸ਼ਮੀਰ ਦੇ ਰਹਿਣ ਵਾਲੇ ਸਨ। ਉੱਥੇ ਜਾ ਕੇ 5 ਫਰਵਰੀ ਨੂੰ ਸਰੀਰ ਛੱਡ ਦਿੱਤਾ। ਕਸ਼ਮੀਰ ਦੇ ਵਿੱਚ ਬਰਫ਼ ਪੈ ਗਈ, ਸਾਰੇ ਰਸਤੇ ਬੰਦ ਹੋ ਗਏ। ਕੋਈ ਰਸਤਾ ਨਾ ਤਾਂ ਘੋੜਾ ਜਾ ਸਕਦਾ ਸੀ, ਨਾ ਕੋਈ ਬੱਸ ਜਾ ਸਕਦੀ ਸੀ, ਨਾ ਗੱਡੀ ਜਾ ਸਕਦੀ ਸੀ। ਇੰਨੀ ਬਰਫ਼ ਜੰਮ ਗਈ, ਸਭ ਰਸਤੇ ਬੰਦ ਹੋ ਗਏ। ਇੱਧਰ ਸੰਤ ਮਹਾਰਾਜ ਜੀ ਆਪਣੇ ਪਵਿੱਤਰ ਸਥਾਨ 'ਤੇ ਬੈਠੇ ਬਾਬਾ ਜਨਕ ਸਿੰਘ ਜੀ ਨੂੰ ਕਹਿਣ ਲੱਗੇ, ਜਨਕ ਸਿਆਂ ਸਾਡੇ ਕਮਰੇ ਦਾ ਦਰਵਾਜ਼ਾ ਨਾ ਖੋਲ੍ਹਿਓ, ਰਿਖੀ ਸਰੀਰ ਛੱਡ ਗਿਆ, ਉਹਦਾ ਸੰਸਕਾਰ ਕਰਨ ਚੱਲੇ ਆ। 3 ਦਿਨ ਫਿਰ ਉਹ ਦਰਵਾਜ਼ਾ ਨਹੀਂ ਖੋਲ੍ਹਿਆ। 3 ਦਿਨਾਂ ਤੋਂ ਬਾਅਦ ਉਹ ਦਰਵਾਜ਼ਾ ਖੋਲ੍ਹਿਆ। 3 ਦਿਨਾਂ ਤੋਂ ਬਾਅਦ ਸੰਤ ਮਹਾਰਾਜ ਜੀ ਉਸ ਕਸ਼ਮੀਰ ਦੀ ਧਰਤੀ 'ਤੇ ਬਾਬਾ ਰਿਖੀ ਜੀ ਦਾ ਸੰਸਕਾਰ ਕਰਕੇ ਆਏ, ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੂਪ ਸਨ। ਇਹ ਸੰਤ ਮਹਾਰਾਜ ਜੀ ਹਰਖੋਂ ਵਾਲੀਏ ਉਹਨਾਂ 74 ਰੂਪਾਂ ਵਿੱਚੋਂ ਇੱਕ ਰੂਪ ਹੋਏ ਹਨ। ਵੱਡੇ ਵੱਡੇ ਮਹਾਤਮਾ ਹੋਏ ਹਨ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ, ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਵਾਲੇ, ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਬਾਬਾ ਆਇਆ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਵੱਡੇ ਵੱਡੇ ਮਹਾਤਮਾ ਜਿਹੜੇ ਗੁਰੂ ਨਾਨਕ ਦਾ ਸਰੂਪ ਭਗਤਾਂ ਦੇ ਰੂਪ ਵਿੱਚ ਆਏ ਔਰ ਕੰਮ ਉਹੀ ਕੀਤੇ ਗੁਰੂ ਨਾਨਕ ਸਾਹਿਬ ਜੀ ਵਾਲੇ। ਕਿਸੇ ਨੂੰ ਨਹੀਂ ਕਿਹਾ ਭਾਈ ਮੇਰਾ ਸਿੱਖ ਬਣ ਜਾ। ਮੁਸਲਮਾਨ ਹੈ ਉਸ ਨੂੰ ਸਮੱਤ ਦੇ ਦਿੱਤੀ, ਜੇ ਕੋਈ ਸਿੱਖ ਹੈ ਉਸ ਨੂੰ ਸਮੱਤ ਦੇ ਦਿੱਤੀ। ਜਿਹਨੇ ਵੀ ਅਰਦਾਸ ਕੀਤੀ ਉਹਦੀ ਅਰਦਾਸ ਪਰਿਪੂਰਨ ਕੀਤੀ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਿਸੇ ਪਰਿਵਾਰ ਦੇ ਘਰ ਗਏ ਹੋਏ ਸਨ। ਬੈਠਿਆਂ ਉੱਥੇ ਜਦ ਬਹੁਤ ਦੁਨੀਆ ਜਾਂਦੀ ਦੇਖੀ ਕਿਸੇ ਨੇ, ਇੱਕ ਮੁਸਲਮਾਨ ਆ ਜਿਹੜੀ ਬੱਕਰੀਆਂ ਚਾਰਦਾ ਸੀ, ਆਪਣੇ ਬਾੜੇ ਵਿੱਚ ਬੈਠਾ ਦੇਖਿਆ, ਬੜੀ ਦੁਨੀਆ ਜਾ ਰਹੀ ਹੈ, ਮਹਾਤਮਾ ਦੇ ਦਰਸ਼ਨ ਮੈਨੂੰ ਵੀ ਕਿਤੇ ਹੋ ਜਾਣ,
ਐਸੇ ਮਹਾਂਪੁਰਸ਼ਾਂ ਦੇ ਦਰਸ਼ਨ ਮੈਨੂੰ ਵੀ ਇੱਥੇ ਆ ਕੇ ਮੇਰੇ ਬਾੜੇ ਨੂੰ ਪਵਿੱਤਰ ਕਰ ਦੇਣ। ਉੱਥੋਂ ਉਸ ਪਰਿਵਾਰ 'ਚੋਂ ਉੱਠੇ ਆ, ਉਸ ਮੁਸਲਮਾਨ ਦੇ ਬਾੜੇ ਵਿੱਚ ਚਲੇ ਗਏ, ਇਕੱਲੇ ਚਲੇ ਗਏ। ਮੁਸਲਮਾਨ ਨੇ ਉੱਠ ਕੇ ਮੱਥਾ ਟੇਕਿਆ, ਮੱਥਾ ਟੇਕ ਕੇ ਕਹਿਣ ਲੱਗਾ, ਮਹਾਰਾਜ ਮੈਂ ਮੁਸਲਮਾਨ ਹਾਂ, ਤੁਸੀਂ ਸਿੱਖ ਹੋ ਮਹਾਰਾਜ, ਮੇਰੀ ਇੱਛਾ ਹੈ, ਤੁਸੀਂ ਮੇਰਾ ਕੋਈ ਛਕਣਾ ਨਹੀਂ ਹੈ, ਮੇਰੀ ਇੱਛਾ ਸੀ ਦੁੱਧ ਪਿਲਾਉਣ ਦੀ। ਕਹਿਣ ਲੱਗੇ ਕੋਈ ਗੱਲ ਨਹੀਂ, ਪਰਮੇਸ਼ਰ ਪ੍ਰੇਮ ਦੇਖਦਾ ਹੈ, ਕੋਈ ਜਾਤ ਪਾਤ ਨਹੀਂ ਦੇਖਦਾ। ਭੀਲਣੀ ਦੇ ਬੇਰ ਮਹਾਰਾਜ ਸ਼੍ਰੀ ਰਾਮ ਜੀ ਮਹਾਰਾਜ ਭੀਲਣੀ ਦੇ ਬੇਰ ਖਾ ਗਏ। ਦੁਆਪਰ ਯੁੱਗ ਵਿੱਚ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਬਿਦਰ ਦਾ ਲੂਣਾ ਸਾਗ ਖਾ ਗਏ। ਸਾਚ ਕਹੋ ਸੁਣ ਲਿਓ ਸਭੈ ਜਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ। ਉਸ ਮੁਸਲਮਾਨ ਨੇ ਕਿਹਾ ਮਹਾਰਾਜ ਵੱਡੀ ਕਿਰਪਾ ਕੀਤੀ ਹੈ। ਉਸ ਨੇ ਆਪਣੀਆਂ ਬੱਕਰੀਆਂ ਚੋਈਆਂ, ਬੱਕਰੀਆਂ ਚੋ ਕੇ ਦੁੱਧ ਗਰਮ ਕਰਕੇ ਉਹਨਾਂ ਨੂੰ ਪਿਲਾਇਆ। ਕਹਿਣ ਲੱਗੇ ਭਾਈ ਤੈਨੂੰ ਕੀ ਦੇ ਦਈਏ? ਕਹਿਣ ਲੱਗਾ ਮਹਾਰਾਜ ਮੈਂ ਗਰੀਬ ਆਦਮੀ ਹਾਂ, ਮੇਰੇ ਤੋਂ ਮੱਕੇ ਜਾਇਆ ਨਹੀਂ ਜਾਣਾ, ਕਿਰਪਾ ਕਰਕੇ ਮੈਨੂੰ ਮੱਕੇ ਦੇ ਦਰਸ਼ਨ ਕਰਾ ਦੂੰਗੇ? ਕਹਿੰਦੇ ਕਰਾ ਦੇਵਾਂਗੇ। ਕਹਿੰਦੇ ਅੱਖਾਂ ਮੀਟ ਕੇ ਜਗ੍ਹਾ 'ਤੇ ਬਹਿ ਜਾ, ਇੱਕ ਖੂੰਜੇ ਜਾ ਉਹਨੂੰ ਕਹਿਣ ਲੱਗੇ ਇੱਥੇ ਬਹਿ ਜਾ, ਅੱਖਾਂ ਮੀਟ ਕੇ। ਜਦੋਂ ਤੇਰੇ ਦਰਸ਼ਨ ਹੋ ਗਏ ਤੇ ਫਿਰ ਅੱਖਾਂ ਖੋਲ੍ਹ ਲਈ। ਉਹ ਜਿਉਂ ਬੈਠਾ ਅੱਖਾਂ ਮੀਟ ਕੇ, ਸ਼ਾਮ ਹੋ ਗਈ, ਹਨੇਰਾ ਹੋ ਗਿਆ। ਉਹਦੇ ਪਰਿਵਾਰ ਵਾਲੇ ਆਏ ਕਿ ਆਇਆ ਨਹੀਂ ਹੈ, ਉਹਨੂੰ ਹਿਲਾ ਕੇ ਉਠਾ ਲਿਆ। ਜਦੋਂ ਉੱਠਿਆ ਕਹਿਣ ਲੱਗਿਆ ਮੱਕੇ ਦੇ ਦਰਸ਼ਨ ਤਾਂ ਮੈਂ ਕਰ ਲਏ ਸੀ, ਹਾਲੇ ਮੈਂ ਸ਼ਹਿਰ ਵਿੱਚ ਘੁੰਮ ਕੇ ਦੇਖਦਾ ਸੀ, ਸ਼ਹਿਰ ਦੇ ਵਿੱਚ ਘੁੰਮ ਕੇ ਸ਼ਹਿਰ ਨੂੰ ਦੇਖਦਾ ਸੀ ਕਿੱਦਾਂ ਦਾ ਸ਼ਹਿਰ ਹੈ। ਉਸ ਵੇਲੇ ਇੱਦਾਂ ਦੇ ਜਿਹਨਾਂ ਨੇ ਵੀ ਭਾਵਨਾ ਨਾਲ ਅਰਦਾਸ ਕੀਤੀ, ਉੱਥੇ ਅਰਦਾਸ ਪਹੁੰਚ ਕੇ ਉਹਦੀ ਪੂਰੀ ਕੀਤੀ। ਉਹਨਾਂ ਨੇ ਕਿਹਾ ਨਹੀਂ ਇਹ ਸਿੱਖ ਹੈ, ਮੁਸਲਮਾਨ ਹੈ, ਇਹ ਹਿੰਦੂ ਹੈ। ਜਿਹੜੇ ਦੀ ਭਾਵਨਾ ਗੁਰੂ ਨਾਨਕ ਸਾਹਿਬ ਵਾਲੀ ਉਹੀ ਮਰਜ਼ਾਦਾ ਰੱਖੀ। ਉਹਨਾਂ ਸੰਤ ਮਹਾਰਾਜ ਹਰਖੋ ਵਾਲੀਏ, ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਹਰਖੋ ਵਾਲੀਏ, ਇਹ ਮਹਾਨ ਸੰਪਰਦਾ ਭਾਈ ਦਇਆ ਸਿੰਘ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚੱਲਦੀ ਆਈ ਹੈ। ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ, ਇਹ ਦੋ ਸੰਪਰਦਾਵਾਂ ਚੱਲੀਆਂ ਨੇ। ਵੈਸੇ ਸੰਪਰਦਾਵਾਂ ਤਾਂ ਹੋਰ ਵੀ ਚੱਲੀਆਂ ਨੇ ਬਹੁਤ, ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਖਸ਼ਿਸ਼ਾਂ ਲੈ ਕੇ ਉਹਨਾਂ ਦੀਆਂ ਅੱਗੇ ਤੋਂ ਅੱਗੇ ਟਕਸਾਲਾਂ ਚੱਲੀਆਂ, ਸੰਪਰਦਾਵਾਂ ਚੱਲੀਆਂ। ਪਰ ਦੋ ਵੱਡੀਆਂ ਸੰਪਰਦਾਵਾਂ ਇਹ ਭਾਈ ਧਰਮ ਸਿੰਘ ਅਤੇ ਭਾਈ ਦਇਆ ਸਿੰਘ ਜੀ, ਇਹ ਦੋ ਪਿਆਰੇ ਸਾਹਿਬਾਂ ਨਾਲ ਹਜ਼ੂਰ ਸਾਹਿਬ ਤੱਕ ਪਹੁੰਚੇ ਆ। ਇਹਨਾਂ ਦੇ ਬੁੰਗੇ ਵੀ ਉੱਥੇ ਬਣੇ ਹੋਏ ਆ। ਉਸ ਭਾਈ ਦਇਆ ਸਿੰਘ ਜੀ ਦੀ ਸੰਪਰਦਾ ਵਿੱਚੋਂ ਸਾਹਿਬ ਬਾਬਾ ਜਵਾਲਾ ਸਿੰਘ ਜੀ ਮਹਾਰਾਜ 10ਵੀਂ ਜਗ੍ਹਾ 'ਤੇ, ਭਾਈ ਦਇਆ ਸਿੰਘ ਜੀ ਤੋਂ 10ਵੀਂ ਜਗ੍ਹਾ ਤੱਕ ਸਾਨੇ, ਕਿਉਂਕਿ 10ਵੀਂ ਜਗ੍ਹਾ ਤੱਕ ਜੋ ਮਰਜ਼ਾਦਾ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਵਾਲੀ 10 ਰੂਪਾਂ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਆਏ। ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਨਾਲ ਬੀਬੀ ਭਾਨੀ ਜੀ ਨੇ ਬੇਨਤੀ ਕਰਕੇ ਘਰ ਦੀ ਗੱਦੀ ਘਰ ਵਿੱਚ ਰੱਖ ਲਈ ਸੀ। ਸਾਹਿਬ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਬੀਬੀ ਘਰ ਦੀ ਗੱਦੀ ਘਰ ਵਿੱਚ ਨਾ ਰੱਖ, ਸੇਵਾਦਾਰਾਂ ਦੀ ਸੇਵਾ ਜ਼ਿਆਦਾ ਹੁੰਦੀ ਹੈ, ਸੇਵਾਦਾਰਾਂ ਦੀ ਸੇਵਾ ਵੀ ਵੱਧ ਹੁੰਦੀ ਹੈ, ਸ਼ਰਧਾ ਵੀ ਜ਼ਿਆਦਾ ਹੁੰਦੀ ਹੈ। ਪਰਿਵਾਰ ਦੀ ਸ਼ਰਧਾ ਵੀ ਘੱਟ ਹੁੰਦੀ ਹੈ, ਪਰਿਵਾਰ ਦੀ ਸੇਵਾ ਵੀ ਘੱਟ ਹੁੰਦੀ ਹੈ। ਜੇ ਅਸੀਂ ਸੇਵਾਦਾਰਾਂ ਨੂੰ ਗੱਦੀ ਨਾ ਦਿੱਤੀ, ਅਸੀਂ ਇਹਨਾਂ ਦੇ ਕਰਜ਼ਾਈ ਹੋ ਜਾਵਾਂਗੇ। ਇਹਨਾਂ ਦੀ ਸੇਵਾ ਨਾ ਇਹਨਾਂ ਨੂੰ ਕੁਛ ਦਿੱਤਾ, ਇਹ ਕਰਜ਼ਾਈ ਹੋ ਜਾਵਾਂਗੇ। ਅਤੇ ਘਰ ਦੀ ਗੱਦੀ ਘਰ ਵਿੱਚ ਰੱਖਾਂਗੇ, ਬਖੋਦ ਹੋਣਗੇ, ਬੈਰ ਭਾਵਨਾ ਵਧੂਗੀ। ਪਰ ਬੀਬੀ ਨਾ ਮੰਨੀ, ਘਰ ਦੀ ਗੱਦੀ ਘਰ ਵਿੱਚ ਹੀ ਰਹੀ। ਕਿਸੇ ਸੇਵਾਦਾਰ ਨੂੰ ਹੱਕ ਨਹੀਂ ਮਿਲਿਆ। ਸੇਵਾਦਾਰਾਂ ਨੇ ਤਨੋਂ ਮਨੋਂ ਕਰਕੇ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ, ਪਰ ਸੇਵਾਦਾਰ ਇਸ ਗੱਲ ਤੋਂ ਵਾਂਝੇ ਰਹਿ ਗਏ। ਉਹ ਗੱਦੀ ਦੀ ਜਿਹੜੀ ਫਿਰ ਸੇਵਾ ਸਿੱਖ ਵਾਂਝੇ ਰਹਿ ਗਏ। ਉਹ ਮਰਜ਼ਾਦਾ ਫਿਰ ਸਾਹਿਬ ਭਾਈ ਦਇਆ ਸਿੰਘ ਜੀ ਤੋਂ ਬਾਅਦ ਇਹ ਮਰਜ਼ਾਦਾ ਲਾਗੂ ਹੋਈ। ਜਿਨ੍ਹਾਂ ਗੁਰਸਿੱਖਾਂ ਨੇ ਸੇਵਾ ਕੀਤੀ ਉਹਨਾਂ ਨੂੰ ਉਹ ਅਵਸਥਾ ਪ੍ਰਾਪਤ ਹੋਈ ਜੋ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲੋਂ ਹੋਣੀ ਸੀ। ਉਹੀ ਮਰਜ਼ਾਦਾ, ਉਹੀ ਬਖਸ਼ਿਸ਼, ਉਹੀ ਜੋਤ, ਉਹੀ ਸਾਰੇ ਸਾਧ ਸੰਗਤ ਜੀ ਜਿਹੜਾ ਬਖਸ਼ਿਸ਼ਾਂ ਸਨ, ਉਹੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਲੀਆਂ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਤੱਕ ਪਰਿਪੂਰਨ ਵਰਤਦੀਆਂ ਰਹੀਆਂ। ਜੋ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਜੋ ਗੁਣ ਬ੍ਰਹਮ ਗਿਆਨੀ ਦੇ ਲਿਖੇ ਹਨ, ਉਹ ਸਾਰੇ ਗੁਣ ਉਹਨਾਂ ਦੇ ਵਿੱਚ ਘਟਦੇ ਸਨ। ਉਹਨਾਂ ਦੇ ਵਿੱਚ ਬ੍ਰਹਮਨ ਸਾਚਾ, ਮੁਖ ਸਾਚਾ ਸੋਏ, ਅਵਰ ਨ ਪੇਖੈ ਏਕ ਸਵਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਜੋ ਮਨ ਦੇ ਅੰਦਰ ਗੱਲ ਹੈ ਉਹੀ ਮੂੰਹ ਦੇ ਵਿੱਚ ਵੀ ਉਹੀ ਗੱਲ ਹੈ। ਸਾਰਾ ਜੀਵਨ ਸੱਚ 'ਤੇ ਪਹਿਰਾ ਦੇ ਦੇਣਾ। ਸੱਚਾ ਸਾਹਿਬ ਏਕ ਤੂੰ, ਜਿਨ ਸੱਚੋ ਸੱਚ ਵਰਤਾਇਆ। ਜਿਸ ਤੋਂ ਦੇ ਤਸ ਮਿਲੇ ਸੱਚ, ਤਾਂ ਤਿਨੀ ਸੱਚ ਕਮਾਇਆ।
जिनके हृदय सच बसाया, मूर्ख सच ना जाननी, मनमुखी जन्म गवाया, बई दुनिया काहे आया। ਜਿਹੜਾ ਮਨੁੱਖ, ਜਿਹਨਾਂ ਗੁਰਮੁਖਾਂ ਨੂੰ ਸੱਚ ਦੀ ਪ੍ਰਾਪਤੀ ਹੋਈ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਵੀ ਸੱਚ ਹੈ, ਮੂੰਹ ਦੇ ਵਿੱਚ ਵੀ ਸੱਚ ਹੈ, ਇਹ ਬ੍ਰਹਮ ਅਵਸਥਾ ਸੰਤ ਮਹਾਰਾਜ ਜੀ ਹਰਖੋ ਵਾਲੀਆਂ ਦੇ ਕੋਲ ਸੀ, ਜਿਨ੍ਹਾਂ ਨੇ ਸਾਰੇ ਜੀਵਨ ਦੇ ਅੰਦਰ ਸੱਚ 'ਤੇ ਪਹਿਰਾ ਦਿੱਤਾ। ਔਰ ਜੋ ਮਰਜ਼ਾਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਲੀਆਂ ਸਨ, ਜੋ ਮਰਜ਼ਾਦਾ ਗੁਰੂ ਨਾਨਕ ਦੇਵ ਮਹਾਰਾਜ ਵਾਲੀਆਂ ਸਨ, ਉਹਨਾਂ ਮਰਜ਼ਾਦਾ ਨੂੰ ਮੁੜ ਕੇ ਲਾਗੂ ਕੀਤਾ। ਅੱਜ ਦੁਨੀਆ ਦੇ ਅੰਦਰ ਸਿੱਖ ਧਰਮ ਦੀ ਮਹਾਨਤਾ ਹੈ। ਸਿੱਖ ਧਰਮ ਦੀ ਮਹਾਨਤਾ ਲੰਗਰਾਂ ਕਰਕੇ ਹੈ। ਲੰਗਰਾਂ ਦੇ ਵਿੱਚ ਜਿੱਥੇ ਕੋਈ ਮੁਸਲਮਾਨ ਆ ਜਾਵੇ, ਹਿੰਦੂ ਆ ਜਾਵੇ, ਅਮੀਰ ਆ ਜਾਵੇ, ਗਰੀਬ ਆ ਜਾਵੇ, ਜਿੱਥੇ ਜਿੱਥੇ ਕਿੱਥੇ ਵੀ ਗੁਰੂ ਨਾਨਕ ਦੇ ਸਿੱਖ ਬੈਠੇ ਆ, ਉੱਥੇ ਲੰਗਰਾਂ ਦੀ ਮਹਾਨਤਾ ਹੈ। ਇਹ ਲੰਗਰਾਂ ਦੀ ਮਰਜ਼ਾਦਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਾਅਦ ਸੰਤ ਮਹਾਰਾਜ ਜੀ ਹਰਖੋ ਵਾਲੀਆਂ ਨੇ ਲਾਗੂ ਕੀਤੀ ਹੈ, ਉਹਨਾਂ ਨੇ ਚਲਾਈ ਹੈ। ਨਨਕਾਣਾ ਸਾਹਿਬ ਉਸ ਵੇਲੇ ਭਾਵੇਂ ਕੋਈ ਬਹੁਤੇ ਸਾਧਨ ਨਹੀਂ ਸਨ, ਗੱਡੀਆਂ ਮੋਟਰਾਂ ਟਰੱਕ ਨਹੀਂ ਸਨ ਹੁੰਦੇ, ਗੱਡੀਆਂ 'ਤੇ ਰਸਦਾਂ ਲੱਦ ਕੇ ਲਿਜਾਣੀਆਂ, ਵੱਖ-ਵੱਖ ਅਸਥਾਨਾਂ 'ਤੇ ਜਾ ਕੇ, ਜਿੱਥੇ ਜਿੱਥੇ ਵੀ ਗੁਰੂ ਅਸਥਾਨ ਸਨ, ਉੱਥੇ ਉੱਥੇ ਜਾ ਕੇ ਲੰਗਰਾਂ ਦੀ ਮਰਜ਼ਾਦਾ ਕਾਇਮ ਕੀਤੀ। ਨਨਕਾਣਾ ਸਾਹਿਬ ਲੰਗਰ ਲਾਉਂਦੇ ਹੁੰਦੇ ਸਨ। ਉਸ ਵੇਲੇ ਉਹਨਾਂ ਦੇ ਸੇਵਾਦਾਰ ਬਰਿਆਮ ਸਿੰਘ ਨੇ ਕਿਹਾ ਸੀ, ਮਹਾਰਾਜ ਇਸ ਵਾਰ ਨਨਕਾਣਾ ਸਾਹਿਬ ਦਾ ਲੰਗਰ ਮੈਨੂੰ ਇਕੱਲੇ ਨੂੰ ਬਖਸ਼ ਦਿਓ, ਮੈਂ ਇਕੱਲਾ ਹੀ ਲਾਊਂਗਾ। ਕਹਿਣ ਲੱਗੇ ਇਕੱਲੇ ਨੇ ਨਹੀਂ ਲਾਉਣਾ, ਹੰਕਾਰ ਆ ਜਾਂਦਾ, ਫਿਰ ਸਾਰਾ ਕੁਝ ਚਲੇ ਜਾਂਦਾ। ਕੋਈ 2 ਰੁਪਈਏ, ਕੋਈ 4 ਰੁਪਈਏ, ਕੋਈ 10 ਰੁਪਈਏ ਪਾਊਗਾ। ਲੰਗਰ ਵਿੱਚ ਸਾਰਿਆਂ ਦੀ ਸੇਵਾ ਪੈਣੀ ਚਾਹੀਦੀ ਹੈ, ਫਿਰ ਅੰਦਰ ਹੰਕਾਰ ਨਹੀਂ ਆਉਂਦਾ। ਤੀਰਥ ਬਰ ਤਰ ਦਾਨ ਕਰ, ਮਨ ਮੈਂ ਤਰੇ ਗੁਮਾਨ, ਨਾਨਕ ਨੇਹ ਭਲ ਜਾਤੇ ਜਿਉ ਕੁੰਚਰ ਇਸਨਾਨ। ਸਮੱਤ ਦਿੰਦੇ ਸਨ ਗੁਰੂ ਦੀ ਮੱਤ, ਜਿਹੜੀ ਮੱਤ ਗੁਰੂ ਨਾਨਕ ਵਾਲੀ, ਉਹ ਮੱਤ ਦੁਨੀਆ ਨੂੰ ਬਖਸ਼ਦੇ ਸਨ। ਇੱਕ ਵਾਰੀ ਕਿਸੇ ਸਮਾਗਮ ਵਿੱਚ ਬੈਠੇ ਸਨ, ਕਿਸੇ ਪ੍ਰੇਮੀ ਨੇ ਥੋੜ੍ਹੇ ਪੈਸੇ ਦੇਣੇ ਸਨ। ਪੈਸੇ ਦੇ ਕੇ ਕਹਿਣ ਲੱਗਿਆ, ਮਹਾਰਾਜ ਸਟੇਜ 'ਤੇ ਬੋਲ ਦਿਓ। ਕਹਿਣ ਲੱਗੇ, ਜੇ ਸਟੇਜ 'ਤੇ ਬੁਲਾਉਣਾ ਭਾਈ, ਦਰਗਾਹ ਵਿੱਚ ਨਹੀਂ ਬੋਲਣਾ। ਜੇ ਦਰਗਾਹ ਵਿੱਚ ਤਾਂ ਬੋਲਣਾ ਜੇ ਇੱਥੇ ਗੁਪਤ ਰਹਿ ਜਾਊਗਾ। ਜਿਹੜਾ ਬੀਜ ਧਰਤੀ ਵਿੱਚ ਡੂੰਘਾ ਦੱਬ ਦਈਏ ਉਹੀ ਜੰਮਦਾ, ਜਿਹੜਾ ਬਾਹਰ ਬੀਜ ਸਿੱਟ ਦਈਏ ਉਹਨੂੰ ਜਾਨਵਰ ਚੁੱਕ ਜਾਂਦੇ ਆ, ਜਾਂ ਸੁੱਕਾ ਰਹਿ ਜਾਂਦਾ, ਜੰਮਦਾ ਨਹੀਂ ਹੈ। ਕਹਿੰਦੇ ਜਾਂ ਇੱਥੇ ਨਾਮ ਬੁਲਾ ਲਓ ਜਾਂ ਦਰਗਾਹ ਵਿੱਚ ਬੁਲਾ ਲਓ। ਗੜ੍ਹਸ਼ੰਕਰ ਸ਼ਹਿਰ ਹੈ, ਜਿੱਥੇ ਇੱਕ ਵਾਰੀ ਸੰਤ ਮਹਾਰਾਜ ਜੀ ਹਰਖੋ ਵਾਲੀਏ ਗਏ। ਉੱਥੇ ਅੱਜ ਵੀ ਇੱਕ ਲਾਲਾ ਜਗੀਰੀ ਮੱਲ ਦੀ ਸਰਾਂ ਹੈ। ਉਹ ਸਰਾਂ ਦੇ ਮਾਲਕ ਲਾਲਾ ਜਗੀਰੀ ਮੱਲ ਤਾਂ ਸਰੀਰ ਛੱਡ ਗਿਆ ਸੀ, ਉਹਦੇ ਘਰ ਵਾਲੀ ਸੀ। ਉਹਦੇ ਘਰ ਵਾਲੀ ਨੇ ਸਰਾਂ ਬਣਾਈ ਹੋਈ ਸੀ ਬਹੁਤ ਵੱਡੀ, ਕਿਉਂਕਿ ਅੱਗੇ ਯਾਤਰੀ ਲੋਕ ਤੁਰ ਕੇ ਜਾਂਦੇ ਹੁੰਦੇ ਸਨ। ਰਾਹ ਵਿੱਚ ਰਹਿਣ ਵਾਸਤੇ ਕਮਰੇ ਬਣਾਏ ਹੁੰਦੇ ਸਨ, ਸਰਾਵਾਂ। ਧਾਰਮਿਕ ਲੋਕਾਂ ਨੇ ਦੁਨੀਆ ਦੀ ਸੇਵਾ ਵਾਸਤੇ ਸਰਾਵਾਂ ਬਣਾਈਆਂ ਹੁੰਦੀਆਂ ਸਨ। ਅੱਜ ਵੀ ਉਹ ਸਰਾਂ ਹੈ ਗੜ੍ਹਸ਼ੰਕਰ ਵਿੱਚ। ਉਹ ਸਰਾਂ ਦੀ ਮਾਲਕ ਸੀ ਲਾਲਾ ਜਗੀਰੀ ਮੱਲ ਦੇ ਘਰ ਵਾਲੀ। ਉਹਨੂੰ ਕਹਿੰਦੇ ਸਨ ਗੁਰਦੁਆਰੇ ਨੂੰ ਦੇ ਦੇ, ਪਰ ਉਹਦੇ ਕੋਲ ਸਾਕ ਸੰਬੰਧੀ ਜਿਹੜੇ ਸਨ ਉਹ ਕਹਿੰਦੇ ਸਨ ਸਾਨੂੰ ਦੇ ਜਾਵੇ। ਉਹ ਜਿਹੜੇ ਕੁਛ ਪ੍ਰੇਮੀ ਸਨ, ਸੰਤ ਮਹਾਰਾਜ ਜੀ ਹਰਖੋ ਵਾਲੀਏ ਗੜ੍ਹਸ਼ੰਕਰ ਗਏ ਹੋਏ ਸਨ। ਉਹ ਉਸ ਮਾਈ ਨੂੰ ਲੈ ਕੇ ਮਹਾਰਾਜ ਹਰਖੋ ਵਾਲੀਆਂ ਦੇ ਕੋਲ ਆਏ। ਮਹਾਰਾਜ ਇੱਕੋ ਹੀ ਬਚਨ ਕੀਤਾ ਉਸ ਮਾਈ ਨੂੰ। ਕਹਿਣ ਲੱਗੇ, ਮਾਈ ਜੇ ਦਰਗਾਹ ਵਿੱਚ ਇੱਦਾਂ ਦੇ ਬਣੇ ਹੋਏ ਲੈਣੇ ਆ ਤਾਂ ਗੁਰਦੁਆਰੇ ਨੂੰ ਦੇ ਦੇ, ਜੇ ਤੂੰ ਨਹੀਂ ਲੈਣੇ ਦਰਗਾਹ ਵਿੱਚ ਇੱਦਾਂ ਦੇ ਪਰਿਵਾਰ ਨੂੰ ਦੇ ਦੇ। ਜੇ ਤੂੰ ਗੁਰਦੁਆਰੇ ਨੂੰ ਦੇ ਜਾਊਂਗੀ, ਇੱਦਾਂ ਦੇ ਬਣੇ ਬਣਾਏ ਤੈਨੂੰ ਮੋਹਰੇ ਮਿਲ ਜੂਗੇ। ਉਹ ਮਾਈ ਫਿਰ ਉਹ ਸਰਾਂ ਗੁਰਦੁਆਰੇ ਨੂੰ ਦੇ ਗਈ। ਅੱਜ ਵੀ ਗੁਰਦੁਆਰੇ ਦੇ ਕੋਲ ਹੈ। ਇੱਦਾਂ ਦੀ ਸਮੱਤ ਦਿੰਦੇ ਹੁੰਦੇ ਸਨ ਭਾਈ। ਜੇ ਦਰਗਾਹ ਵਿੱਚ ਕਿਸੇ ਨੇ ਬਣਿਆ ਬਣਾਇਆ ਕੁਛ ਲੈਣਾ, ਭਾਈ ਇੱਥੇ ਬੀਜ ਲਓ, ਅੱਗੇ ਜਾ ਕੇ ਵੱਢ ਲਿਓ। ਉਹਨਾਂ ਦੇ ਸੇਵਕ ਬਾਬਾ ਸ਼ਾਦੀ ਸਿੰਘ, ਉਹਨਾਂ ਨੇ ਇੱਕ ਮਾਈ ਨੇ ਉਧਰ ਹੁਸ਼ਿਆਰਪੁਰ ਦੇ ਇਲਾਕੇ ਵਿੱਚ 10 ਕਿੱਲੇ ਜ਼ਮੀਨ ਸੀ। ਉਹ ਮਾਈ ਕਹਿਣ ਲੱਗੀ, ਮਹਾਰਾਜ 10 ਕਿੱਲੇ ਮੈਂ ਤੁਹਾਨੂੰ ਦੇਣੀ ਆ। ਉਹ ਕਹਿਣ ਲੱਗੇ, ਮਾਤਾ ਅਸੀਂ ਤੇਰੇ ਰਿਸ਼ਤੇਦਾਰਾਂ ਨਾਲ ਲੜਨਾ ਨਹੀਂ ਆ, ਅਸੀਂ ਜ਼ਮੀਨ ਨਹੀਂ ਲੈਣੀ। ਬਹੁਤ ਚਿਰ ਮਾਈ ਉਹ ਬੇਨਤੀਆਂ ਕਰਦੀ ਰਹੀ। ਅਖੀਰ ਬਾਬਾ ਸ਼ਾਦੀ ਸਿੰਘ ਕਹਿਣ ਲੱਗੇ, ਮਾਤਾ 10 ਕਿੱਲੇ ਵੇਚ ਕੇ ਪੈਸੇ ਲਿਆ, ਤੇਰੇ ਸਾਹਮਣੇ ਲੰਗਰ ਲਾ ਦੇਣਾ, ਜਾਂਦੀ ਦਰਗਾਹ ਵਿੱਚ ਵੱਢ ਲਈ। ਇੱਥੇ ਦਾ ਬੀਜਿਆ ਦਰਗਾਹ ਵਿੱਚ ਮਿਲ ਜਾਂਦਾ। ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ। ਜੋ ਕਰਮ ਤੁਸੀਂ ਇੱਥੇ ਕਰੋਗੇ ਦਰਗਾਹ ਵਿੱਚ ਉਹਦਾ ਫਲ ਪ੍ਰਾਪਤ ਹੋਵੇਗਾ। ਇਹ ਬ੍ਰਹਮ ਗਿਆਨੀਆਂ ਦੇ ਰਸਨਾ ਤੋਂ ਨਿਕਲੇ ਹੋਏ ਬਚਨ ਨੇ। ਸੋ ਗੁਰਮੁਖੋ, ਇਹ ਜਿਹੜੀ ਸੇਵਾ ਕੀਤੀ ਹੋਈ ਦੁਨੀਆ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਜਾਈਏ ਪਾਈਏ। ਜਿਹੜੇ ਦੁਨੀਆ ਵਿੱਚ ਸੇਵਾ ਕਰਦੇ ਆ, ਗੁਰੂ ਨਾਨਕ ਦੇ ਘਰ ਦੀ ਸੇਵਾ ਕਰਦੇ ਆ, ਲਕਾਈ ਦੀ ਸੇਵਾ ਕਰਦੇ ਆ, ਦਰਗਾਹ ਵਿੱਚ ਉਹਨਾਂ ਨੂੰ ਜਗ੍ਹਾ ਮਿਲ ਜਾਂਦੀ ਹੈ, ਉਹਨਾਂ ਨੂੰ ਦਰਗਾਹ ਵਿੱਚ ਅਸਥਾਨ ਮਿਲ ਜਾਂਦਾ, ਮਾਣ ਪ੍ਰਾਪਤ ਹੋ ਜਾਂਦਾ।
ये मर्यादा संत महाराज जी हरखों वालियां ने लागू की। आनंदपुर साहब लंगर लाया तो लंगर ला के उत्थे किसी तो मंगना नहीं, कुछ भी आपे ही रसदा बसदा आ जांदियां सन। एक बार किसी नगर में गए, कहन लगे भाई लंगर लाओ, कहन लगे महाराज लंगर की रस है नहीं, कहते चौल हैगे आ, गन्ने की रस देख लो। किसी के गन्ने सन, उतों गन्ने लिया के रस कढ़ के चौलों की खीर का ही लंगर ला दिता। इस तरह मर्यादा लागू की। वो मर्यादा अज दुनिया दे विच लंगर जिन्हें सिख कौम के अंदर महानता लंगरां की है, ये एक ड्यूटी कलगीधर पातशाह जी महाराज अपनी लिखत में लिख गए। जिन्हां जिन्हां सिखां नूं ड्यूटियां ला के भेजियां सी, वो सिखां ने ड्यूटियां निभाइयां। संत महाराज जी हरखों वालियां की ड्यूटी एक लंगरां दी सी भी तुसीं लंगर की मर्यादा कायम करनगे। उन्हां लंगरां की मर्यादा नूं कायम कीता। अज भी वो मर्यादा नूं बाबा शादी सिंह जी जगह जगह ते स्थानां ते लंगर लाउंदे आ। उन्हां दे सेवक बाबा अवतार सिंह जी वो भी बैठे आ आके समागम दे विच। इन्हां ने भी जगह जगह ते लंगर लाए हुए आ। उन्हां दी मर्यादा नूं कायम रखिया होया। उन्हां दा नाम अज भी दिल्ली दे अंदोलनां विच भी जाके उन्हां दे सेवादारां ने लंगर लाए हुए आ। उत्थे भी बाबा ज्वाला सिंह जी महाराज दे नाम लिखे हुए आ, फोटो लगे हुए आ। उन्होंने लंगर की मर्यादा कायम की। यह 26 जनवरी का दिन उन्हों की याद मनाई जाती है हरेक साल ते। मालवे विचों भी संगत आई है, माझे विचों भी संगत आई है, दुआबे विचों भी संगत आई है, जिहड़े उन्होंने प्रेमी सन, जिन्होंने पता है भावें किसान अंदोलन चल रहा है, बहुत सारी दुनिया सिख कौम भी होर भी दूसरिया कौमां भी किसानी के मसले विच दिल्ली सरकारां दे नाल साध संगत युद्ध लग्या होया है, उत्थे गए हैं। इस करके भावें संगत घट है, इस करके भाई जिहड़े प्यार वालियां संगतां उन्होंने हाज़री भरी है। इस करके बाबा ये सहज पाठ सूबेदार अवतार सिंह भरोड़ी वाले मास्टर सरजीत सिंह उन्हां वालों अखंड पाठ रखिया होया सी। अखंड पाठ की भेटा आई सी, पर अखंड पाठ की ना पाठी मिलन करके इस करके सहज पाठ का भोग पाया गया है। जो सहज पाठां के हुक्मनामे आए हैं, थोड़े समय वास्ते उसकी विचार करनी है। साध संगत थोड़े समय वास्ते जिन्ना भी समा गुरु नानक के चरणों में बैठण का मिल जाए, जिन्हें सवास गुरु नानक साहब जी की पवित्र चरणों की हाज़री भरी जाए, ये सवास सफले समझ लो। चाहे बिरती लगे या ना लगे, बैठण का ही बड़ा लाभ है भाई। धर्म राजे की जिहड़ी चित्रगुप्त की मूवी है वो चंगी बन जाती है। वो चित्रगुप्त जब दसणगे अगे जाके फलानी जगह ते बैठा सी, धार्मिक स्थान ते बैठा सी, उत्थे ये नहीं पता भी की सुनदा सी की नहीं सुनदा सी। चंगी जगह ते बैठण दा गुरु ग्रंथ साहब जी महाराज की पवित्र हाज़री है, तो गुरु गोबिंद सिंह साहब जी महाराज के पवित्र चरण पै के धरती पवित्र हो चुकी है। उन्होंने गुरु गोबिंद सिंह साहब का स्वरूप गुरु ग्रंथ साहब जी महाराज सारिਆਂ ਦੇ सामने ਉਹੀ ਬਾਣੀ ਆ ਜਿਹਦੇ ਨਾਲ ਕੌਡੇ ਦੇ ਕੜਾਹੇ ਠੰਡੇ ਕਰ ਦਿੱਤੇ, ਜਿਹਦੇ ਨਾਲ ਭੂਮੀਏ ਚੋਰ ਦੀ ਬਿਰਤੀ ਬਦਲ ਦਿੱਤੀ। ਉਹੀ ਬਾਣੀ ਆ ਸੱਜਣ ਠੱਗ ਵਰਗਿਆਂ ਦੇ ਮਨਾਂ ਦੀ ਸੋਚ ਬਦਲ ਦਿੱਤੀ। ਉਹੀ ਬਾਣੀ ਅੱਜ ਤੁਹਾਡੇ ਸਾਹਮਣੇ ਹੈ। ਇਹੀ ਬਾਣੀ ਅੱਜ ਵੀ ਚੋਰਾਂ ਨੂੰ ਠੱਗਾਂ ਨੂੰ ਸਾਧੂ ਬਣਾ ਸਕਦੀ ਹੈ। ਇਹੀ ਬਾਣੀ ਤਪਦਿਆਂ ਹਿਰਦਿਆਂ ਨੂੰ ਸ਼ਾਂਤ ਕਰ ਦੂਗੀ। ਉਹੀ ਸਰੂਪ ਗੁਰੂ ਨਾਨਕ ਸਾਹਿਬ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਸੀਂ ਦਰਸ਼ਨ ਕਰ ਰਹੇ ਹੋ। ਮਨ ਦੀ ਭਾਵਨਾ ਬਣਾ ਲਿਆ ਕਰੋ ਵੀ ਗੁਰੂ ਨਾਨਕ ਦੇ ਹੀ ਦਰਸ਼ਨ ਕੀਤੇ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੀ ਦਰਸ਼ਨ ਕੀਤੇ ਹੈ। ਜਿਹਦੀ ਮਨ ਦੀ ਭਾਵਨਾ ਉਹਨਾਂ ਨੂੰ ਦਰਸ਼ਨ ਹੋਏ ਵੀ ਹੈ। ਸੰਤ ਮਹਾਰਾਜ ਜੀ ਹਰਖੋਂ ਵਾਲੀਏ ਜਦੋਂ ਕੋਈ ਬਚਨ ਕਰਦੇ ਸਨ, ਭਾਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਚਨ ਕਰੋ। ਕਈ ਵਾਰੀ ਗੁਰੂ ਗ੍ਰੰਥ ਸਾਹਿਬ ਮੋਹਰੇ ਕੋਈ ਮਨੁੱਖ ਅਰਦਾਸ ਕਰਕੇ ਆਉਂਦਾ ਸੀ, ਆਉਂਦੇ ਨੂੰ ਦੱਸ ਦਿੰਦੇ ਸੀ ਉਹਦੀ ਅਰਦਾਸ ਕੀ ਕਰਕੇ ਆਇਆ ਤੂੰ। ਉਹਦੇ ਮਨ ਦੀ ਫੜ ਲੈਣੀ, ਗੱਲ ਫੜ ਲੈਣੀ, ਉਸੇ ਵੇਲੇ ਚਰਨਾਂ 'ਤੇ ਡਿੱਗ ਪੈਂਦਾ ਸੀ। ਕੀ ਅਰਦਾਸ ਕਰਕੇ ਆਇਆ? ਗੁਰੂ ਗ੍ਰੰਥ ਸਾਹਿਬ ਮੋਹਰੇ ਕੀਤੀ ਹੋਈ ਅਰਦਾਸ ਮਹਾਂਪੁਰਖ ਫੜ ਲਵੇ। ਇਹਨੂੰ ਅਭੇਦਤਾ ਦੀ ਨਿਸ਼ਾਨੀ ਦੱਸਦੇ ਆ, ਅਭੇਦ ਹੋਏ ਪੁਰਖਾਂ ਦੀ ਨਿਸ਼ਾਨੀ ਹੈ। ਸੋ ਜੋ ਹੁਕਮਨਾਮੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ, ਥੋੜ੍ਹੇ ਸਮੇਂ ਵਾਸਤੇ ਜਿੰਨੀ ਕੁ ਮਤ ਬੁੱਧੀ ਉਹਨਾਂ ਨੇ ਬਖਸ਼ੀ ਆ, ਜਿਨ੍ਹਾਂ ਨੇ ਮੈਨੂੰ ਸੇਵਾ ਬਖਸ਼ੀ ਆ, ਉਹਨਾਂ ਨੇ ਮਤ ਬੁੱਧੀ ਵੀ ਜਿੰਨੀ ਕੁ ਉਹਨਾਂ ਨੂੰ ਚੰਗੀ ਲੱਗੀ ਉਹਨਾਂ ਨੇ ਦੇ ਦਿੱਤੀ। ਸਾਧ ਸੰਗਤ ਕੋਈ ਗਿਆਨ ਦਾ ਭੰਡਾਰ ਹੈ, ਇਹਦਾ ਅਥਾਹ ਹੈ, ਇਹਦਾ ਅੰਤ ਕੋਈ ਨਹੀਂ ਹੈ। ਸਮੁੰਦਰ ਦਾ ਅੰਤ ਕੋਈ ਪਾ ਨਹੀਂ ਸਕਿਆ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਵੀ ਅੰਤ ਕੋਈ ਪਾ ਨਹੀਂ ਸਕਿਆ।
ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇੱਕੋ ਵਾਰੀ ਅਰਥ ਸੁਣਾਏ ਸਨ। ਗੁਰਸਿੱਖਾਂ ਨੇ ਸੁਣ ਲਏ ਸਨ। 48 ਸਿੱਖਾਂ ਨੇ ਸੁਣੇ, ਸਾਰੇ ਬਦੇ ਹੋ ਗਏ, ਸਰੀਰ ਤੋਂ ਉੱਪਰ ਉੱਠ ਗਏ, ਸਰੀਰ ਦੀ ਸੁੱਧ ਬੁੱਧ ਭੁੱਲ ਗਈ। 2 ਗੁਰਸਿੱਖ ਰਹੇ, ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ। ਬਾਕੀ 46 ਸਿੰਘ ਜਿਹੜੇ ਸਨ ਉਸ ਅਵਸਥਾ ਨੂੰ ਪ੍ਰਾਪਤ ਹੋਏ, ਇੱਕੋ ਵਾਰੀ ਅਰਥ ਸੁਣੇ। ਦੇਖੋ ਕਿੱਡਾ ਮਹਾਤਮ ਹੈ। ਸੁਣਾਉਣੇ ਵਾਲੇ ਵਿੱਚ ਵੀ ਪਾਵਰ ਸੀ ਤੇ ਧਰਤੀ ਵੀ ਮੋਹਰੇ ਚੰਗੀ ਸੀ ਤੇ ਬੀਜ ਪਾਉਣ ਵਾਲਾ ਵੀ ਚੰਗਾ ਸੀ। ਇਹ ਹੈ, ਜੇ ਧਰਤੀ ਚੰਗੀ ਹੋਵੇ, ਬੀਜ ਪਾਉਣ ਵਾਲਾ ਮਾੜਾ ਹੋਵੇ ਤਾਂ ਵੀ ਗੱਲ ਨਹੀਂ ਬਣਦੀ। ਜੇ ਬੀਜ ਪਾਉਣ ਵਾਲਾ ਚੰਗਾ ਹੋਵੇ, ਧਰਤੀ ਮਾੜੀ ਕਲਰ ਹੋਵੇ ਤਾਂ ਵੀ ਗੱਲ ਨਹੀਂ ਬਣਦੀ। ਧਰਤੀ ਚੰਗੀ ਹੋਵੇ, ਬੀਜ ਪਾਉਣ ਵਾਲੇ ਵਿੱਚ ਵੀ ਪਾਵਰ ਹੋਵੇ। ਇੱਕ ਸੰਤ ਮਹਾਰਾਜ ਜੀ ਹਰਖੋ ਵਾਲੀਆਂ ਦੇ ਚਰਨਾਂ ਵਿੱਚੋਂ ਕਰਮ ਸਿੰਘ ਭੋਗਲ ਲੁਧਿਆਣੇ ਦੇ ਰਹਿਣ ਵਾਲੇ, ਉਹਨਾਂ ਨੂੰ ਇੱਕੋ ਵਾਰੀ ਸੱਦ ਕੇ ਇੱਕੋ ਦ੍ਰਿਸ਼ਟੀ ਦੇ ਨਾਲ ਉਹਨਾਂ ਦੀ ਸੁਰਤੀ ਜੋੜ ਦਿੱਤੀ। ਸੁਰਤੀ ਉਹਨਾਂ ਦੇ 2-2 ਮਹੀਨੇ ਸਮਾਧੀ ਲੱਗੀ ਰਹਿੰਦੀ ਸੀ, ਕਿਉਂਕਿ ਉਹਨਾਂ ਦੇ ਅੰਦਰ ਬਰਾਗ ਦੀ ਭਾਵਨਾ ਸੀ। ਬਾਜ ਮਾਰ ਕੇ ਉਹਨਾਂ 'ਤੇ ਕਿਰਪਾ ਕਰ ਦਿੱਤੀ। ਇਹੀ ਅਵਸਥਾ ਹੈ ਸਾਧ ਸੰਗਤ, ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ, ਜਿਨ੍ਹਾਂ ਨੂੰ ਗੁਰੂ ਨਾਨਕ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਹੁਣ ਵੀ ਉਸੇ ਸਰੂਪ ਵਿੱਚ ਦਰਸ਼ਨ ਕਰਦੇ ਹਨ, ਉਹੀ ਲਾਭ ਪ੍ਰਾਪਤ ਹੋਵੇਗਾ। ਸੋ ਜਿੰਨੀ ਕੁ ਮਤ ਬੁੱਧੀ ਉਹਨਾਂ ਨੇ ਬਖਸ਼ੀ ਹੈ, ਉਹਦੇ ਅਨੁਸਾਰ ਭਾਈ ਸਾਧ ਸੰਗਤ ਗਿਆਨ ਵਿਦਵਾਨ ਹੋਣਾ ਹੋਰ ਗੱਲ ਹੈ, ਗੁਰੂ ਨਾਨਕ ਦੀ ਕਿਰਪਾ ਹੋਣੀ ਹੋਰ ਗੱਲ ਹੈ। ਵਿਦਵਤਾ ਹੋ ਜਾਣੀ ਜਾਂ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੰਠ ਕਰ ਲੈਣੀ ਹੋਰ ਗੱਲ ਹੈ। ਉਹਦੇ 'ਤੇ ਚੱਲਣਾ ਬੜੀ ਮੁਸ਼ਕਲ ਗੱਲ ਹੈ। ਗੁਰੂ ਗ੍ਰੰਥ ਸਾਹਿਬ ਜੀ ਬਾਣੀ 'ਤੇ ਤੁਰਨਾ ਬੜੀ ਮੁਸ਼ਕਲ ਗੱਲ ਹੈ। ਜਿਹੜੇ ਇਸ ਬਾਣੀ 'ਤੇ ਤੁਰੇ ਹੈ, ਜੋ ਬਾਣੀ ਨੇ ਲਿਖਿਆ ਉਹਦੇ 'ਤੇ ਚੱਲੇ ਹੈ, ਉਹਨਾਂ ਦੀ ਪੂਜਾ ਹੁੰਦੀ ਹੈ, ਉਹਨਾਂ ਦੇ ਦਿਨ ਮਨਾਏ ਜਾਂਦੇ ਹੈ, ਉਹਨਾਂ ਦੀ ਜੈ ਜੈਕਾਰ ਦੁਨੀਆ ਵਿੱਚ ਹੁੰਦੀ ਹੈ। ਸੋ ਜੈਤ ਸ੍ਰੀ ਰਾਗ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਰਸਨਾ ਦੁਆਰਾ ਉਚਾਰਿਆ ਹੋਇਆ ਹੁਕਮਨਾਮਾ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਥੋੜ੍ਹੇ ਸਮੇਂ ਵਾਸਤੇ ਵਿਚਾਰ ਸਰਵਣ ਕਰੋ ਜੀ। ਜੈਤ ਸ੍ਰੀ ਮਹੱਲਾ ਚੌਥਾ। ਜੈਤ ਸ੍ਰੀ ਰਾਗ ਦੇ ਅੰਦਰ ਸਤਿਗੁਰੂ ਜੀ ਗੁਰੂ ਰਾਮਦਾਸ ਮਹਾਰਾਜ ਪਵਿੱਤਰ ਬਚਨ ਆਪਣੀ ਰਸਨਾ ਦੁਆਰਾ ਉਚਾਰਦੇ ਹਨ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੇ ਹਰ ਬਾਂਝਾ। ਨਾਮ ਬਸ ਜਾਣਾ ਹੋਰ ਗੱਲ ਹੈ, ਜਪਣਾ ਹੋਰ ਗੱਲ ਹੈ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਹੈ ਆਧਾਰ। ਇੱਕ ਮਨੁੱਖ ਜਪਦਾ ਹੈ ਸਾਰੀ ਜ਼ਿੰਦਗੀ, ਤੁਰਿਆ ਰਹਿੰਦਾ, ਜੀਭ ਦੇ ਨਾਲ ਰਟਨ ਕਰਦਾ ਹੈ। 4 ਅਵਸਥਾ ਵਿੱਚ ਬਾਣੀ ਚੱਲਦੀ ਹੈ, ਪਰਾ ਮਧਮਾ ਬਸੰਤੀ। ਅਤੇ ਇਸੇ ਤਰ੍ਹਾਂ 4 ਅਵਸਥਾ ਵਿੱਚ ਜਦੋਂ ਅਵਸਥਾ ਬਣ ਜਾਂਦੀ ਹੈ, ਅੰਦਰ ਹਿਰਦੇ ਵਿੱਚ ਵਸ ਜਾਂਦੀ ਹੈ। ਹੌਲੀ ਹੌਲੀ ਜੀਭ ਤੋਂ ਸ਼ੁਰੂ ਹੁੰਦੀ ਹੈ, ਜੀਭ ਤੋਂ ਮਨੁੱਖ ਜਪਦਾ ਹੌਲੀ ਹੌਲੀ ਕੰਠ ਵਿੱਚ ਚਲੀ ਜਾਂਦੀ ਹੈ, ਕੰਠ ਵਿੱਚੋਂ ਹੌਲੀ ਹੌਲੀ ਅੰਦਰ ਚਲੇ ਜਾਂਦੀ ਹੈ। ਫਿਰ ਜੀਭ ਤਾਂ ਬੁੱਲ ਬੰਦ ਹੋ ਜਾਂਦੇ ਹੈ, ਫਿਰ ਅਵਸਥਾ ਬਣ ਜਾਂਦੀ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਵਾਸਾ ਕਰ ਗਈ, ਉਹਨਾਂ ਨੂੰ ਫਿਰ ਚੇਤਾ ਨਹੀਂ ਭੁੱਲਦਾ, ਉਹ ਪਰਮੇਸ਼ਰ ਦੇ ਨਾਮ ਨੂੰ ਹੀ ਚੇਤੇ ਰੱਖਦੇ ਆ। ਜਿਨ੍ਹਾਂ ਨੂੰ ਇਹ ਅਵਸਥਾ ਨਹੀਂ ਮਿਲੀ, ਠੀਕ ਹੈ, ਜਿਹੜੇ ਤੁਰੇ ਹੋਏ ਉਹਨਾਂ ਦੇ ਤਾਂ ਫਿਰ ਵੀ ਬਲਿਹਾਰ ਹੈ। ਜਿਹੜਾ ਮਨੁੱਖ ਮਾੜਾ ਮੋਟਾ ਵੀ ਤੁਰਿਆ ਉਹਦੇ ਵੀ ਬਲਿਹਾਰ ਹੈ, ਉਹਦੇ ਵੀ ਕੁਰਬਾਨ ਜਾਂਦੀ ਹੈ ਗੁਰਬਾਣੀ। ਪਰ ਜਿਹਦੇ ਹਿਰਦੇ ਵਿੱਚ ਨਹੀਂ ਬਸੀ ਹੈ, ਜਿੰਨਾ ਚਿਰ ਇਹ ਅਵਸਥਾ ਨਹੀਂ ਮਿਲੀ ਹੈ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤਿਨ ਮਾਤ ਕੀਜੇ ਹਰ ਬਾਂਝਾ। ਬਾਂਝ ਹੁੰਦਾ ਮਾਤਾ ਜਿਸ ਨੂੰ ਕਦੀ ਪੁੱਤਰ ਨਾ ਪੈਦਾ ਹੋਇਆ ਹੋਵੇ, ਨਾ ਹੋਣ ਦੀ ਆਸ ਹੋਵੇ, ਉਹਨੂੰ ਕਹਿੰਦੇ ਬਾਂਝ ਹੈ। ਕਹਿੰਦੇ ਉਹ ਮਾਤਾ ਬਾਂਝ ਹੋ ਜਾਵੇ, ਐਸੇ ਹੋਰ ਕਿਸੇ ਪੁੱਤਰ ਨੂੰ ਜਨਮ ਨਾ ਦੇ ਦੇਵੇ ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਬਸਿਆ। ਐ ਮਹਾਰਾਜ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ ਬਸਿਆ, ਉਹਦੀ ਮਾਤਾ ਨੂੰ ਬਾਂਝ ਕਰ ਦਿੰਦੇ। ਜੇ ਕੁਲਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਹੀਂ ਪਈ ਮਹਤਾਰੀ। ਸਤਿਗੁਰੂ ਜੀ ਕਹਿੰਦੇ ਜਿਹਦਾ ਮਾਤਾ ਦਾ ਪੁੱਤਰ ਗਿਆਨ ਵਿਚਾਰਾ ਵਾਲਾ ਨਹੀਂ, ਉਹ ਵਿਧਵਾ ਹੋ ਜਾਵੇ ਚੰਗੀ ਗੱਲ ਹੈ। ਐਸਾ ਹੋਰ ਪੁੱਤਰ ਪੈਦਾ ਹੋ ਗਿਆ ਕੀ ਫਾਇਦਾ? ਮੂਰਖ ਜੰਮ ਪਿਆ ਕੀ ਫਾਇਦਾ? ਮਨਮੁਖ ਜੰਮ ਪਿਆ ਕੀ ਫਾਇਦਾ? ਕਹਿੰਦੇ ਜੇ ਕੁਲਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਹੀਂ ਪਈ ਮਹਤਾਰੀ। ਜੇ ਨਾ ਰਾਮ ਭਗਤ ਨੇ ਸਾਧੀ, ਜਨਮਤ ਕਸ ਨਾ ਮੂਹੋ ਅਪਰਾਧੀ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੀ ਭਗਤੀ ਨਹੀਂ ਕੀਤੀ, ਉਹ ਜਨਮਦੇ ਕਹਿੰਦੇ ਮਰ ਜਾਂਦੇ। ਚੰਗੀ ਗੱਲ ਸੀ, ਗੁਰਬਾਣੀ ਕਹਿੰਦੀ ਉਹਨਾਂ ਦੇ ਜੀਣ ਦਾ ਵੀ ਕੀ ਫਾਇਦਾ ਹੈ। ਤਾਂ ਗੁਰੂ ਰਾਮਦਾਸ ਮਹਾਰਾਜ ਪਵਿੱਤਰ ਵਚਨ ਕਰਦੇ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੇ ਹਰ ਬਾਂਝਾ। ਤਿਨ ਸੁੰਨੀ ਦੇ ਫਿਰੇ ਬਿਨ ਨਾਵੈ, ਉਹ ਇਹ ਖਬਖਮ ਉਹ ਇੱਕ ਰਾਂਝਾ। ਜਿੱਦਾਂ ਆਤਮਾ ਤੋਂ ਬਿਨਾਂ ਕਿਸੇ ਵੇ ਸਾਹ ਸਤ ਨਾ ਹੋਣ, ਸਰੀਰ ਉੱਦਾਂ ਤੁਰਿਆ ਫਿਰਦਾ ਹੋਵੇ, ਨਾ ਬੋਲਦਾ ਹੋਵੇ, ਨਾ ਗੱਲਬਾਤ ਸੁਣਦਾ ਹੋਵੇ, ਨਾ ਕਿਸੇ ਕੋਈ ਕੰਮ ਕਰਦਾ ਹੋਵੇ, ਸੁੰਨੀ ਦੇਹ ਫਿਰੀ ਜਾਂਦੀ ਹੈ, ਘੁੰਮੀ ਜਾਂਦੀ ਹੈ ਬਿਨਾਂ ਨਾਮ ਤੋਂ। ਕਹਿੰਦੇ ਜਿੱਦਾਂ ਭਾਈ ਬਿਨਾਂ ਨਾਮ ਤੋਂ, ਜਿੱਦਾਂ ਇੱਕ
ਸਰੀਰੇ ਤੁਰਿਆ ਫਿਰਦਾ, ਕੋਈ ਹਰਕਤ ਉਹਦੇ ਵਿੱਚ ਹੈ ਨਹੀਂ, ਕੋਈ ਕਰਮ ਉਹ ਚੰਗਾ ਕਰਦਾ ਨਹੀਂ। ਉਹ ਖਪ ਹੋਏ ਕਰਾਂਝਾ, ਉਹ ਸੰਸਾਰ ਵਿੱਚ ਐਸੇ ਹੀ ਖਪ ਕੇ ਸੰਸਾਰ ਵਿੱਚ ਇੱਦਾਂ ਹੀ ਆ ਗਿਆ ਚਲੇ ਗਿਆ, ਆ ਗਿਆ ਚਲੇ ਗਿਆ। ਮੇਰੇ ਮਨ ਜਪ ਰਾਮ ਨਾਰ ਹਰ ਮਾਝਾ। ਸਤਿਗੁਰੂ ਜੀ ਕਹਿੰਦੇ ਆ ਮਨ ਨੂੰ ਸੰਬੋਧਨ ਕਰਕੇ ਜਪ ਰਾਮ ਨਾਮ ਹਰ ਮਾਝਾ। ਮਾਝਾ ਤੁਸੀਂ ਤੁਹਾਡੇ ਵਿੱਚ ਜ਼ਿਮੀਂਦਾਰ ਬੈਠੇ ਹੋਣੇ, ਜਦੋਂ 4 ਬਲਦਾਂ ਵਾਲਾ ਸੁਹਾਗਾ ਜੋੜਦੇ ਸੀ ਉਹਦੇ ਵਿਚਾਲੇ ਇੱਕ ਰੱਸੀ ਪਾਉਂਦੇ ਸੀ। ਜੇ ਉਹ ਰੱਸੀ ਨਹੀਂ ਪਾਉਂਦੇ ਸੀ ਤਾਂ ਬੋਲ ਦੇ 2 ਪਾਸਿਆਂ ਨੂੰ ਚਲੇ ਜਾਂਦੇ ਸੀ, ਇੱਕ ਉੱਧਰ ਨੂੰ ਚਲੇ ਜਾਂਦਾ ਸੀ, ਉੱਧਰ ਨੂੰ। ਉਹਨਾਂ ਨੂੰ ਇਕੱਠੇ ਰੱਖਣ ਵਾਸਤੇ ਵਿੱਚ ਇੱਕ ਰੱਸੀ ਪਾਈ ਜਾਂਦੀ ਸੀ, ਉਹਨੂੰ ਕਹਿੰਦੇ ਸੀ ਮਾਝਾ। ਪਰਮੇਸ਼ਰ ਦੇ ਨਾਮ ਨੂੰ ਕਹਿੰਦੇ ਇਸ ਤਰ੍ਹਾਂ ਜਪਣਾ ਭਾਈ, ਗੁਰੂ ਦੇ ਨਾਲ ਤੇਰੇ ਇੱਦਾਂ ਮਾਝਾ ਪਿਆ ਹੋਵੇ, ਜਪ ਰਾਮ ਨਾਮ ਹਰ ਮਾਝਾ। ਹਰੀ ਪਰਮੇਸ਼ਰ ਦੇ ਨਾਮ ਦਾ ਜਿੱਦਾਂ ਮਹਾਂਪੁਰਖਾਂ ਦੇ ਨਾਲ ਤੇਰਾ ਮੇਲ ਹੈ, ਇਸ ਤਰ੍ਹਾਂ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਹਰ ਹਰ ਕਿਰਪਾਲ ਕਿਰਪਾ ਪਰ ਪਤਾਰੀ, ਗੁਰ ਗਿਆਨ ਦਿਓ ਮਨ ਸਮਝਾ। ਹਰੀ ਪਰਮੇਸ਼ਰ ਨਿਰੰਕਾਰ ਜੀ ਨੇ ਕਿਰਪਾ ਕੀਤੀ ਹੈ। ਜੇ ਪਰਮੇਸ਼ਰ ਦੀ ਕਿਰਪਾ ਨਾ ਹੋਵੇ ਗਿਆਨ ਦੀ ਸਮਝ ਨਹੀਂ ਲੱਗਦੀ। ਇੱਕ ਗੱਲ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਸੰਪੂਰਨਤਾਈ 'ਤੇ ਲਿਖੀ ਹੈ, ਥਾਲ ਵਿੱਚ 3 ਵਸਤੂ ਪਈਓ ਸਤ ਸੰਤੋਖ ਵਿਚਾਰੋ। 3 ਗੱਲਾਂ ਲਿਖੀਆਂ ਨੇ ਸਤ ਸੰਤੋਖ ਤੇ ਵਿਚਾਰ। ਪਹਿਲਾਂ ਮਨੁੱਖ ਨੇ ਜਿਸ ਦੇ ਅੰਦਰ ਵਿਚਾਰ ਜਿਹੜਾ ਚਾਹੁੰਦਾ ਮੇਰੇ ਅੰਦਰ ਵਿਚਾਰ ਬੈਠ ਜਾਵੇ, ਚੰਗੇ ਵਿਚਾਰ ਮੇਰੇ ਅੰਦਰ ਪੈਦਾ ਹੋ ਜਾਣ, ਉਹ ਮਨੁੱਖ ਝੂਠ ਬੋਲਣਾ ਬੰਦ ਕਰ ਦੇਵੇ। ਜਿਹਦੇ ਅੰਦਰ ਸੱਚ ਆ ਕੇ ਖੜਾ ਹੋ ਗਿਆ, ਜਿਹਦੇ ਅੰਦਰ ਸੰਤੋਖ, ਕਿਸੇ ਦੀ ਵਸਤੂ ਨਾ ਚੋਰੀ ਕਰੇ, ਕਿਸੇ ਦੀ ਵਸਤੂ ਜ਼ੋਰ ਨਾਲ ਚੱਕੇ ਨਾ, ਜ਼ੋਰ ਨਾਲ ਦੱਬੇ ਨਾ, ਕਿਸੇ ਦੇ ਹੱਕ ਨੂੰ ਦੱਬੇ ਨਾ, ਕਿਸੇ ਦੇ ਹੱਕ ਨੂੰ ਖਾਵੇ ਨਾ। ਸਤ ਸੰਤੋਖ 2 ਗੱਲਾਂ ਜਿਸ ਮਨੁੱਖ ਦੇ ਅੰਦਰ ਹੋਣ, ਉਹਦੇ ਅੰਦਰ ਵਿਚਾਰ ਬਹਿੰਦੀ ਹੈ। ਉਹ ਫਿਰ ਗਿਆਨ ਦੀ ਗੱਲ ਸੁਣਦਾ ਹੈ, ਉਹ ਗਿਆਨ ਦੀ ਗੱਲ ਸੁਣ ਕੇ ਉਹਨੂੰ ਉਹਦੇ 'ਤੇ ਤੁਰਨ ਦੀ ਕੋਸ਼ਿਸ਼ ਕਰਦਾ ਹੈ। ਇਹ 2 ਵੱਡੇ ਗੁਣਾਂ ਤੋਂ ਬਿਨਾਂ, ਜੇ 2 ਵੱਡੇ ਗੁਣ ਨਾ ਹੋਣ ਤਾਂ ਮਨੁੱਖ ਨੂੰ ਗਿਆਨ ਦੀ ਸਮਝ ਨਹੀਂ ਲੱਗਦੀ। ਹਰ ਹਰ ਕਿਰਪਾਲ ਕਿਰਪਾ ਪ੍ਰਭਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਜਦੋਂ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ ਹੈ, ਗੁਰੂ ਨੇ ਕਿਰਪਾ ਕੀਤੀ ਹੈ, ਕਿਰਪਾਲ ਕਿਰਪਾ ਕਰਕੇ ਗੁਰ ਗਿਆਨ ਦਿਓ ਮਨ ਸਮਝਾ। ਗੁਰੂ ਨੇ ਗਿਆਨ ਦਿੱਤੀ, ਮਨ ਨੇ ਗੱਲ ਸਮਝ ਲਈ। ਮਨ ਨੇ ਜਦ ਸਮਝ ਲੱਗ ਗਈ, ਮਨ ਉਹਦੇ ਤੁਰ ਪਿਆ। ਹਰ ਕੀਰਤ ਕਲਯੁਗ ਪਦ ਉੱਤਮ, ਹਰ ਪਾਈਏ ਸਤਿਗੁਰ ਮਾਝਾ। ਹਰੀ ਪਰਮੇਸ਼ਰ ਦੀ ਸਿਫਤ ਸਲਾਹ ਇਹ ਸਭ ਤੋਂ ਉੱਚੀ ਸੁੱਚੀ ਹੈ। ਹਰ ਕੀਰਤ ਕਲਯੁਗ ਪਦ ਉੱਤਮ, ਕਲਯੁਗ ਦੇ ਵਿੱਚ ਸਭ ਤੋਂ ਉੱਚੀ ਪਰਮੇਸ਼ਰ ਦੀ ਸਿਫਤ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲਯੁਗ ਦੇ ਵਿੱਚ ਸਭ ਤੋਂ ਵੱਡਾ ਪੁੰਨ ਹੈ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਵੇਦ ਕਤੇਬ ਸਿਮਰਤ ਅਰਸਾਸਤ, ਇਨ ਪੜ੍ਹਿਆ ਮੁਕਤ ਨਾ ਹੋਈ। ਏਕ ਅੱਖਰ ਜੋ ਗੁਰਮੁਖ ਜਾਪੇ, ਤਿਨ ਕੀ ਨਿਰਮਲ ਸੋਈ। ਭਾਈ ਪਰਮੇਸ਼ਰ ਦੀ ਨਾਮ ਨੂੰ ਜਪਣਾ, ਉਹਦੀ ਸਿਫਤ ਸਲਾਹ ਕਰਨੀ। ਤੂੰ ਸੱਚਾ ਸਾਹਿਬ ਸਿਫਤ ਸਹਾਲਿਓ, ਜਿਨ ਕੀਤੀ ਸੋ ਪਾਰ ਪਿਆ। ਇਹ ਸਭ ਤੋਂ ਇੱਕ ਉੱਚੀ ਸੁੱਚੀ ਗੱਲ ਕਲਯੁਗ ਦੇ ਵਿੱਚ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ। ਜਿਹੜਾ ਪਰਮੇਸ਼ਰ ਦੀ ਸਿਫਤ ਸਲਾਹ ਕਰੂਗਾ ਦੁਨੀਆ ਦੇ ਭਵ ਸਾਗਰ ਨੂੰ ਤਰ ਜੂਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਨਾਨਕ ਭਵ ਜਲ ਪਾਰ ਪਰੇ, ਜੋ ਗਾਵੇ ਪ੍ਰਭ ਕੇ ਗੀਤ। ਪਰਮੇਸ਼ਰ ਦੇ ਗੀਤ ਗਾਵੇ, ਪਰਮੇਸ਼ਰ ਦੀ ਮਹਿਮਾ ਨੂੰ ਗਾਵੇ। ਮਹਾਰਾਜ ਤੇਰੇ ਵਰਗਾ ਦੁਨੀਆ ਵਿੱਚ ਕੋਈ ਨਹੀਂ ਹੈ। ਨਿਰਗੁਣੀ ਆਰੇ ਆਣਿਆ ਸੋ ਪ੍ਰਭ ਸਦਾ ਸਮਾਲ, ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭ ਹੀ ਨਾਲ। ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਉਸ ਰਮੇ ਹੋਏ ਪਰਮੇਸ਼ਰ ਦੇ ਗੁਣਾਂ ਨੂੰ ਚੇਤੇ ਕਰ। ਹਰ ਕੀਰਤ ਕਲਯੁਗ ਪਦ ਉੱਤਮ, ਹਰ ਪਾਈਏ ਸਤਿਗੁਰ ਮਾਝਾ। ਹਉ ਬਲਿਹਾਰੀ ਸਤਿਗੁਰੇ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ। ਹਰੇਕ ਮਨੁੱਖ ਦੇ ਅੰਦਰ ਨਾਮ ਹੈ, ਹਰੇਕ ਮਨੁੱਖ ਦੇ ਅੰਦਰ ਜੋਤ ਜਗਦੀ ਹੈ। ਪਰ ਜਦੋਂ ਲਾਲਟਣ ਦੀ ਚਿਮਨੀ ਦੇ ਉੱਤੇ ਕਾਲਕ ਜੰਮ ਜਾਵੇ, ਲਾਈਟ ਦਿਸਣੋਂ ਹਟ ਜਾਂਦੀ ਹੈ। ਸਿਆਣਾ ਬੰਦਾ ਜਦੋਂ ਲਾਈਟ ਉਹਦੀ ਚਿਮਨੀ ਦੀ ਉੱਤੋਂ ਕਾਲਕ ਲਾ ਦਿੰਦਾ, ਕੱਪੜੇ ਨਾਲ ਸਾਫ਼ ਕਰ ਦਿੰਦਾ, ਉਹਦੀ ਲਾਈਟ 4 ਚੁਫੇਰੇ ਦਿਸਣ ਲੱਗ ਜਾਂਦੀ ਹੈ। ਹਰੇਕ ਮਨੁੱਖ ਦੇ ਅੰਦਰ ਜੋਤ ਤਾਂ ਹੈ, ਉਸ ਪਰਮੇਸ਼ਰ ਦੀ ਅੰਸ਼ਤਾ ਹੈ। ਉਹਦੇ ਅੰਤਸਕਰਨ 'ਤੇ ਮੈਲ ਚੜ੍ਹਨ ਕਰਕੇ ਉਹ ਜੋਤ ਨਜ਼ਰ ਹੀ ਨਹੀਂ ਪੈਂਦੀ। ਜਿਨ੍ਹਾਂ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਉਹਨਾਂ ਦੇ ਕੋਲ ਜਾ ਕੇ ਸਾਨੂੰ ਆਪਣੇ ਔਗਣਾਂ 'ਤੇ ਨਜ਼ਰ ਨਹੀਂ ਪੈ ਜਾਂਦੀ, ਕਿਉਂਕਿ ਜੋਤ ਪ੍ਰਗਟ ਹੈ, ਪ੍ਰਕਾਸ਼ਵਾਨ ਹੈ। ਜਦੋਂ ਤੁਸੀਂ ਅਵਤਾਰਾਂ ਦੀਆਂ, ਮਹਾਤਮਾ ਦੀਆਂ ਫੋਟੋਆਂ ਦੇਖਦੇ ਆ, ਉਹਨਾਂ ਦੇ ਸਿਰ ਦੇ ਪਿੱਛੇ ਇੱਕ ਚੱਕਰ ਜਿਹਾ ਬਣਿਆ ਹੁੰਦਾ। ਉਹ ਚੱਕਰ ਦਾ ਮਤਲਬ ਪ੍ਰਕਾਸ਼ ਬਣਿਆ ਹੋਇਆ, ਉਹਦਾ ਮਤਲਬ ਇਹਨਾਂ ਦੀ ਜੋਤ ਪ੍ਰਕਾਸ਼ ਹੋ ਚੁੱਕੀ ਹੈ। ਇਹ ਪ੍ਰਕਾਸ਼ਵਾਨ ਪੁਰਖ ਨੇ, ਇਹਨਾਂ ਦੀ ਜੋਤ ਪ੍ਰਕਾਸ਼ ਹੈ। ਇਹ ਕਹਿੰਦੇ ਇਹਨਾਂ ਦੀ ਚਰਨਾਂ ਵਿੱਚ ਜਾ ਕੇ ਮਨੁੱਖ ਨੂੰ ਗਿਆਨ ਦਾ ਪਤਾ ਲੱਗੂਗਾ। ਮੈਂ ਆਪਣੀ ਜੋਤ ਨੂੰ ਪ੍ਰਕਾਸ਼ ਕਿੱਦਾਂ ਕਰਨਾ, ਮੈਂ ਅੰਤਸਕਰਨ ਨੂੰ ਸੁੱਧ ਕਿੱਦਾਂ ਕਰਨਾ।
हर कीर्त कलयुग पद उत्तम हर पाइए सतगुर माझा। हों बलिहारी सतगुर अपने जिन गुप्त नाम प्रगाजा। जिन गुप्त नाम जिदा पानी धरती विच है हरेक बंदा नहीं कढ़ सकता। कुछ बंदे खास होंगे जिहड़े बोर करके थल्ले पानी नूं प्रगट कर दिंदे आ, पर फिर भी पानी थल्ले दा प्रगट तां हुंदा जदों बोर करन वाले बाहरों दूजे बोर दा पानी लिया के पाउंदे आ। जे बाहर पानी ना होवे थल्ले दा प्रगट नहीं हुंदा। थल्ले दा पानी प्रगट करन वास्ते बाहरों पानी पाउणा पैंदा। जद हुण भी बोर करन वाले बोर करदे आ, बाहरों पानी लिआउंदे आ, फिर बोर ਉਹਦੇ 'ਚ पानी पाउंदे, फिर थल्ले दा प्रगट हुंदा। ਜਿਹੜੇ पुराने लोक ने ਜਿਹੜੇ नलके लगदे हुंदे सन, नलके दा बोर हो जावे ਉਹਦੇ ਵਿੱਚ ਬਾਲ ਪਾ ਦਿੰਦੇ ਆ, ਨਾਲਾਂ ਪਾ ਦਿੰਦੇ ਆ, ਮਸ਼ੀਨ ਪਾ ਦਿੰਦੇ ਆ, ਪਰ ਉਹ ਉਨਾ ਚਿਰ ਪਾਣੀ ਨਹੀਂ ਚੱਕਦਾ ਜਿੰਨਾ ਚਿਰ ਬਾਹਰੋਂ ਗੜਬੀ ਪਾਣੀ ਦੀ ਪਾਈਏ ਨਾ। ਪਹਿਲਾਂ ਬਾਹਰੋਂ ਗੜਬੀ ਪਾਣੀ ਦੀ ਪਾਉਣੀ ਪੈਂਦੀ ਆ, ਫਿਰ ਥੱਲੇ ਦਾ ਪਾਣੀ ਪ੍ਰਗਟ ਹੋ ਜਾਂਦਾ, ਫਿਰ ਉਹ ਥੱਲਿਓਂ ਮਸ਼ੀਨ ਪਾਣੀ ਚੱਕ ਲੈਂਦੀ। ਜੇ ਬਾਹਰੋਂ ਪਾਣੀ ਨਾ ਪਾਈਏ ਤਾਂ ਚੱਕਦੀ ਨਹੀਂ ਆ। ਇਸੇ ਤਰ੍ਹਾਂ ਹੋ ਬਲਿਹਾਰੀ ਸਤਿਗੁਰੂ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ। ਜਿਨ ਗੁਪਤ ਨਾਮ ਨੂੰ ਪ੍ਰਗਟ ਕਰ ਦਿੱਤਾ ਉਸ ਪਰਮੇਸ਼ਰ ਦੇ ਬਲਿਹਾਰ ਜਾਈਏ। ਹੋਂ ਬਲਿਹਾਰੀ ਸਤਿਗੁਰੂ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ। ਦਰਸ਼ਨ ਸਾਧ ਮਿਲਿਓ ਬਟਭਾਗੀ ਸਭ ਕਿਲ ਗਏ ਗਵਾਝਾ। ਬਹੁਤ ਵੱਡੇ ਭਾਗ ਹੁਣ ਸਾਧੂਆਂ ਦਾ ਦਰਸ਼ਨ ਹੁੰਦਾ, ਮਹਾਂਪੁਰਸ਼ਾਂ ਦਾ ਦਰਸ਼ਨ ਹੁੰਦਾ। ਉਹਨਾਂ ਦੇ ਦਰਸ਼ਨ ਦਾ ਪ੍ਰਭਾਵ ਜਿੱਦਾਂ ਸੂਰਜ ਦਾ ਪ੍ਰਭਾਵ ਹੈ, ਤੁਸੀਂ ਧੁੱਪ ਵਿੱਚ ਚਲੇ ਜਾਓ, ਤੁਹਾਡੀ ਇੱਛਾ ਨਹੀਂ ਵੀ ਕੋਈ ਹੈ ਡੀ ਵਿਟਾਮਿਨ ਤਾਂ ਵੀ ਤੁਹਾਨੂੰ ਮਿਲ ਜਾਣਾ। ਮਹਾਤਮਾ ਲੋਕਾਂ ਦੇ ਕੋਲ ਜਾਣ ਦਾ ਪ੍ਰਭਾਵ ਹੈ, ਉਹਨਾਂ ਦੇ ਦਰਸ਼ਨ ਕਰਨ ਨਾਲ। ਦੇਖੋ ਸਾਧ ਕੋਟ ਅਪਰਾਧ ਸਾਧ ਸੰਗ ਮਿਟੇ, ਕਰੋੜਾਂ ਅਪਰਾਧ ਸਾਧੂ ਦੀ ਸੰਗਤ ਵਿੱਚ ਜਾ ਕੇ ਖਤਮ ਹੋ ਜਾਂਦੇ ਆ। ਮਹਾਂਪੁਰਸ਼ਾਂ ਦੇ ਦਰਸ਼ਨਾਂ ਨਾਲੇ ਕਈ ਪਾਪ ਖਤਮ ਹੋ ਜਾਂਦੇ ਆ। ਸੰਤ ਕਾ ਸੰਗ ਬਟਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ। ਸਾਧ ਕੇ ਸੰਗ ਕਲੂਖ ਥਾਰੇ, ਸਾਧ ਦੀ ਸੰਗਤ ਕਰੋਗੇ ਕਲਯੁਗ ਦੂਰ ਰਹੂਗਾ। ਸਾਧ ਕੇ ਸੰਗ ਨਰਕ ਪਰ ਹਰੇ, ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ। ਸਾਧ ਸੰਗ ਵਿਛਰਤ ਹਰ ਮੇਲਾ। ਉਸ ਵਿਛੜੇ ਹੋਏ ਪਰਮੇਸ਼ਰ ਨੂੰ ਮਿਲਾਪ ਸਾਧੂ ਕਰਾ ਦਿੰਦਾ। ਤਾਂ ਦਰਸ਼ਨ ਸਾਧ ਮਿਲਿਓ ਬਟਭਾਗੀ ਸਭ ਕਿਲ ਗਏ ਗਵਾਝਾ। ਹੋਂ ਬਲਿਹਾਰੀ ਸਤਿਗੁਰੂ ਆਪਣੇ ਜਨ ਗੁਪਤ ਨਾਮ ਪ੍ਰਗਾਜਾ। ਧਰਮ ਰਾਏ ਦਰ ਕਾਗਦ ਫਾਰੇ ਜਾਂ ਨਾਨਕ ਲੇਖਾ ਸਮਝਾ। ਕਹਿੰਦੇ ਉਸ ਪਰਮੇਸ਼ਰ ਨਿਰੰਕਾਰ ਦੇ ਪਿਆਰੇ ਜਦੋਂ ਉਹਨਾਂ ਦੀ ਸੰਗਤ ਹੋ ਜਾਂਦੀ ਹੈ, ਫਿਰ ਧਰਮ ਰਾਜਾ ਉਹਨਾਂ ਨੂੰ ਕੁਛ ਕਹਿੰਦਾ ਨਹੀਂ ਹੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰਦੇਵਾ। ਧਰਮ ਰਾਜਾ ਵੀ ਉਹਨਾਂ ਦੀ ਸੇਵਾ ਕਰਦਾ ਹੈ, ਕਿਉਂਕਿ ਜਿਹੜੇ ਪਰਮੇਸ਼ਰ ਸਰੂਪ ਹੋ ਜਾਂਦੇ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਚਨ ਆਪ ਲਿਖਿਆ ਹੈ, ਇਨ ਬਿਦ ਕਰਤ ਤਪੱਸਿਆ ਪਇਓ, ਦਵੈ ਤੇ ਏਕ ਰੂਪ ਹੋਏ ਗਇਓ। ਜਿਹੜੇ ਪਰਮੇਸ਼ਰ ਸਰੂਪ ਹੋ ਜਾਂਦੇ ਆ, ਉਹਦਾ ਹੀ ਰੂਪ ਹੋ ਜਾਂਦੇ ਆ, ਫਿਰ ਧਰਮ ਰਾਜਾ ਉਹਨਾਂ ਦੇ ਅੱਗੇ ਹੋ ਜਾਂਦਾ, ਉਹਨਾਂ ਦੇ ਹੁਕਮ ਵਿੱਚ ਹੋ ਜਾਂਦਾ। ਤਾਂ ਸਤਿਗੁਰੂ ਜੀ ਨੇ ਬਾਣੀ ਵਿੱਚ ਲਿਖਿਆ, ਧਰਮ ਰਾਏ ਨੂੰ ਆਖਿਓ ਨੂੰ ਸਭਨਾਂ ਦੀ ਕਰ ਬੰਦ ਖਲਾਸੀ। ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ, ਬੇਨਤੀ ਕਰੇ ਧਰਮ ਰਾਏ ਹੋਂ ਸੇਵਕ ਠਾਕੁਰ ਅਬਨਾਸੀ। ਮੈਂ ਉਸ ਨਿਰੰਕਾਰ ਦਾ ਸੇਵਕ ਹਾਂ। ਤਾਂ ਇਸ ਕਰਕੇ ਭਾਈ ਧਰਮ ਰਾਜ ਦੇ ਕਾਗਜ਼ ਜਦੋਂ ਭਾਈ ਕਿਸੇ ਪੂਰਨ ਮਹਾਤਮਾ ਦੀ ਸੰਗਤ ਹੋ ਜਾਵੇ, ਧਰਮ ਰਾਜਾ ਉਹਨਾਂ ਨੂੰ ਕੁਛ ਕਹਿ ਨਹੀਂ ਸਕਦਾ। ਸੰਤ ਮਹਾਰਾਜ ਜੀ ਹਰਖੋ ਵਾਲੀਏ ਕਈ ਵਾਰੀ ਬਚਨ ਕਰਦਿਆਂ ਇੱਕ ਵਾਰੀ ਕਿਸੇ ਨੇ ਬਚਨ ਕੀਤਾ, ਕਹਿਣ ਲੱਗਾ ਮਹਾਰਾਜ ਧਰਮ ਰਾਜਾ ਕਿਸੇ ਨਾਲ ਹੇਰਾ ਫੇਰੀ ਕਰ ਸਕਦਾ। ਮਹਾਂਪੁਰਖ ਕਹਿਣ ਲੱਗੇ ਧਰਮ ਰਾਜਾ ਬਦਲ ਦੇਵਾਂਗੇ ਜੇ ਹੇਰਾ ਫੇਰੀ ਕਰੂਗਾ। ਇੱਕ ਵਾਰੀ ਟਿੰਗ ਨੰਗਲ ਹੈ ਮਜੀਠੇ ਦੇ ਕੋਲ, ਉੱਥੇ ਕਿਸੇ ਪ੍ਰੇਮੀ ਨੇ ਸਵਾਲ ਕੀਤਾ ਸੀ। ਕਹਿਣ ਲੱਗਾ ਮਹਾਰਾਜ 10ਵੇਂ ਪਾਤਸ਼ਾਹ ਜੀ ਮਹਾਰਾਜ ਨੇ 5 ਪਿਆਰਿਆਂ ਦੇ ਸਿਰ ਵੱਢੇ, ਫਿਰ ਜੋੜੇ ਕਿਸ ਤਰ੍ਹਾਂ? ਕਹਿਣ ਲੱਗੇ ਲਿਆ ਤੇਰਾ ਵੱਢ ਦਿੰਨੇ, ਹੁਣੇ ਜੋੜ ਦਿੰਨੇ। ਉਹ ਫਿਰ ਚੁੱਪ ਕਰ ਗਿਆ। ਜੋੜਨੇ ਵਾਲੇ ਤਿਆਰ ਬੈਠੇ ਸੀ, ਪਰ ਵਢਾਉਣੇ ਵਾਲੇ ਦੀ ਹਿੰਮਤ ਨਹੀਂ ਸੀ। ਜੋੜਨੇ ਵਾਲੇ ਤਾਂ ਕਹਿੰਦੇ ਤੇਰੇ ਹੁਣੇ ਜੋੜ ਦੇਣਾ, ਦਾ ਤੇਰੇ ਸਾਹਮਣੇ ਵੱਢ ਦਿੰਨੇ। ਜਿਹੜੇ ਸਮਰੱਥਾ ਰੱਖਦੇ ਸਨ, ਜੀਵਨ ਦਾਨ ਦੇ ਦੇਣਾ, ਮਰੇ ਹੋਏ ਮਨੁੱਖ ਨੂੰ ਜਿਉਂਦਾ ਕਰ ਦੇਣਾ, ਇਹ ਉਹਨਾਂ ਵਿੱਚ ਸਮਰੱਥਾ ਸੀ। ਕਿਸੇ ਨੂੰ ਜੀਵਨ ਦਾਨ ਦੇ ਦੇਣਾ। ਤਾਂ ਸਤਿਗੁਰੂ ਜੀ ਨੇ ਬਾਣੀ ਵਿੱਚ ਲਿਖਿਆ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਨੈਣ ਮਿਲਾਏ। ਉਹਨਾਂ ਵਿੱਚ ਗੁਣ ਸਨ, ਜਿਹੜੇ ਗੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲਿਖੇ ਆ। ਜੋ ਪ੍ਰਾਣੀ ਮਮਤਾ ਤਜੈ, ਲੋਭ ਮੋਹ ਹੰਕਾਰ, ਕਉ ਨਾਨਕ ਆਪਨ ਤਰੈ, ਔਰਨ ਲੇਤ ਉਦਾਰ। ਇਸ ਪਵਿੱਤਰ ਅਸਥਾਨ 'ਤੇ ਜਦੋਂ ਬੈਠੇ ਸਨ, ਤਕਰੀਬਨ 1936 ਤੋਂ ਬਾਅਦ ਦੀ ਗੱਲ ਹੈ। ਜਦੋਂ 1936 ਵਿੱਚ ਇਸ ਸਥਾਨ ਨੂੰ ਪ੍ਰਗਟ ਕੀਤਾ, ਉਹਦੇ ਤੋਂ ਬਾਅਦ ਇੱਕ ਗੁਰਮੁਖ ਪਿਆਰੇ ਹੁਣ ਸਰੀਰ ਛੱਡ ਗਏ। ਉਹ ਕਹਿੰਦੇ ਮੈਂ ਉਦੋਂ 14 ਸਾਲਾਂ ਦਾ ਸੀ। ਇਸ ਪਵਿੱਤਰ ਅਸਥਾਨ 'ਤੇ
ਜਿੱਥੇ ਮਹਾਂਪੁਰਸ਼ ਬੈਠੇ ਸਨ ਪੈਸਿਆਂ ਢੇਰੀਆਂ ਲੱਗ ਜਾਂਦੀਆਂ ਸਨ। ਇੱਕ ਕਿਸੇ ਨੇ ਆ ਕੇ ਲੱਖ ਰੁਪਈਆ ਉਸ ਵੇਲੇ ਚਾੜਿਆ। ਉਸ ਵੇਲੇ ਲੱਖ ਰੁਪਈਆ ਕਿਸੇ ਕਿਸੇ ਕੋਲੇ ਹੁੰਦਾ ਸੀ, ਹੁੰਦਾ ਨਹੀਂ ਸੀ ਪੈਸਾ। ਮਹਾਂਪੁਰਸ਼ਾਂ ਨੇ ਚੁਕਾ ਦਿੱਤਾ, ਭਾਈ ਲੈ ਜਾ, ਇਹ ਚੰਗੇ ਪੈਸੇ ਨਹੀਂ, ਮੈਂ ਗੁਰਦੁਆਰੇ 'ਤੇ ਨਹੀਂ ਲਾਉਣੇ। ਕਹਿਣ ਲੱਗਿਆ ਮਹਾਰਾਜ 2-2 ਰੁਪਈਏ ਤੁਸੀਂ 5-5 ਰੁਪਈਏ ਚੱਕਦੇ ਆ। ਕਹਿੰਦੇ ਜਿਹਦੀ ਹੱਕ ਦੀ ਕਮਾਈ ਆ ਉਹ ਮੈਂ ਅਸਥਾਨ 'ਤੇ ਲਾਉਣੀ ਆ। ਉਹ ਕਹਿੰਦਾ ਮੇਰੇ ਸਾਹਮਣੇ ਲੱਖ ਰੁਪਈਆ ਮਹਾਂਪੁਰਸ਼ਾਂ ਨੇ ਪਵਿੱਤਰ ਅਸਥਾਨ ਤੋਂ ਚੁਕਾ ਦਿੱਤਾ ਸੀ, ਉਹਨੂੰ ਮੋੜ ਦਿੱਤਾ ਸੀ। ਕਹਿਣ ਲੱਗੇ ਭਾਈ ਚੰਗਾ ਨਹੀਂ ਹੈ, ਮਾਇਆ ਚੰਗੀ ਨਹੀਂ ਹੈ, ਇਹ ਮਾਇਆ ਮੈਂ ਗੁਰਦੁਆਰੇ 'ਤੇ ਨਹੀਂ ਲਾਉਣੀ। ਜਿਹੜੇ ਜਿਨ੍ਹਾਂ ਦੇ ਅੰਦਰ ਮੋਹ ਮਮਤਾ ਦੀ ਅੰਸ਼ ਨਹੀਂ ਸੀ, ਲੋਭ ਮੋਹ ਹੰਕਾਰ ਦੀ ਅੰਸ਼ ਨਹੀਂ ਸੀ, ਉਹਨਾਂ ਨੂੰ ਬਾਣੀ ਲਿਖਦੀ ਆ, ਕਹੋ ਨਾਨਕ ਆਪਨ ਤਰੇ ਔਰਨ ਲੇਤ ਉਧਾਰ। ਉਹ ਆਪ ਤਾਂ ਤਰੇ ਹੋਏ ਹੁੰਦੇ ਆ, ਦੁਨੀਆ ਨੂੰ ਤਾਰਨ ਦੇ ਸਮਰੱਥ ਹੁੰਦੇ ਆ। ਉਹਨਾਂ ਮਹਾਂਪੁਰਸ਼ਾਂ ਦੀ ਯਾਦ ਅੱਜ ਮਨਾਈ ਹੈ। ਸਾਰਿਆਂ ਦਾ ਧੰਨਵਾਦ ਜੀ। ਹੋਰ ਵੀ ਸੇਵਾਦਾਰ ਆਏ ਆ, ਬਾਬਾ ਅਵਤਾਰ ਸਿੰਘ ਜੀ ਆਏ ਆ, ਉਹ ਵੀ ਥੋੜ੍ਹਾ ਸਮਾਂ, ਕਿਉਂਕਿ ਉਹਨਾਂ ਦੇ ਅੰਦਰ ਵੀ ਪ੍ਰੇਮ ਹੈ ਮਹਾਂਪੁਰਸ਼ਾਂ ਦਾ। ਉਹਨਾਂ ਨੇ ਆਪਣੀ ਗੱਡੀ 'ਤੇ ਵੀ ਉਹਨਾਂ ਦਾ ਨਾਮ ਲਿਖਿਆ ਹੋਇਆ। ਉਹਨਾਂ ਦੇ ਨਾਮ ਨੂੰ ਦੇਖ ਕੇ ਦੁਨੀਆ ਨਮਸਕਾਰਾਂ ਕਰਦੀ ਆ, ਗੱਡੀਆਂ 'ਤੇ ਨਾਮ ਲਿਖਿਆ ਦੇਖ ਕੇ ਨਮਸਕਾਰਾਂ ਕਰਦੇ ਆ। ਉਹ ਵੀ ਆਏ ਆ, ਥੋੜ੍ਹਾ ਸਮਾਂ ਉਹ ਵੀ ਲਾਉਣਗੇ। ਉਹਦੇ ਤੋਂ ਬਾਅਦ ਲੁਧਿਆਣੇ ਤੋਂ ਬਾਬਾ ਗੁਰਮੇਲ ਸਿੰਘ, ਉਹ ਵੀ ਗੁਰੂ ਦੀ ਸਿਫਤ ਸਲਾਹ ਆਪ ਜੀ ਨੂੰ ਸਰਵਣ ਕਰਾਉਣਗੇ। ਸਟੇਜ ਸੈਕਟਰੀ ਸਾਹਿਬ ਤੁਹਾਨੂੰ ਆਉਣ ਵਾਲਾ ਸਾਰਾ ਪ੍ਰੋਗਰਾਮ ਦੱਸਣਗੇ। ਦਾਸ ਦੀ ਇੰਨੀ ਸੇਵਾ ਪ੍ਰਵਾਨ ਕਰਨੀ ਜੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।